ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾਂ। ਕਰਤ ਕੇਲ ਬਿਖੈ ਮੇਲ, ਚੰਦਰ ਸੂਰ ਸੋ ਮੋਹੈ। ਉਪਜਦਾ ਬਿਕਾਰ ਦੁੰਦਰ, ਉਪਜਦਾ ਬਿਕਾਰ ਦੁੰਦਰ ਨੌਪਰੀ ਚੁਨੰਤਕਾਰ। ਉਪਜਤਾ ਬਿਕਾਰ ਦੁੰਦਰ ਨੌਪਰੀ ਚੁਨੰਤਕਾਰ। ਛੁੰਦਰ ਅਨਕ ਭਾਉ ਕਰਤ, ਫਿਰਤ ਬਿਨ ਗੋਪਾਲ ਧੋਹੇ। ਕਰਤ ਕੇਲ ਬਿਖੈ ਮੇਲ, ਚੰਦਰ ਸੂਰ ਮੋਹੇ। ਉਪਜਤਾ ਬੇਕਾਰ ਦੁੰਦਰ ਨੌਪਰੀ ਚੁਨਤਕਾਰ। ਸੁੰਦਰ ਅਨਕ ਭਾਉ ਕਰਤ, ਫਿਰਤ ਬਿਨ ਗੋਪਾਲ ਧੋਹੇ। ਰਹਾਉ ਤੀਨ ਭਉਨੇ ਲਪਟਾਏ ਰਹੀ, ਕਾਚ ਕਰਮ ਨਾ ਜਾਤ ਸਹੀ। ਉਨਮਤ ਅੰਧ ਧੰਦ ਰਚਤ, ਜੈਸੇ ਮਹਾ ਸਾਗਰ ਹੋ ਹੈ। ਉਦਰੇ ਹਰ ਸੰਤ ਦਾਸ, ਕਾਟ ਦੀਨੀ ਜਮ ਕੀ ਫਾਸ। ਅਤਿਤ ਪਾਵਨ ਨਾਮ ਜਾ ਕੋ, ਸਿਮਰ ਨਾਨਕ ਓ ਹੈ। ਉਦਰੇ ਹਰ ਸੰਤ ਦਾਸ, ਕਾਟ ਦੀਨੀ ਜਮ ਕੀ ਫਾਸ। ਪਤਿਤ ਪਾਵਨ ਨਾਮ ਜਾ ਕੋ, ਸਿਮਰ ਨਾਨਕ ਓ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਸਰਬ ਕਲਾ ਸਮਰੱਥ, ਜੁਗੋ ਜੁਗ ਅਟਲ, ਜ਼ਹਰਾ ਜ਼ਹੂਰ ਅਤੇ ਹਾਜ਼ਰਾ ਹਜੂਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਣ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ। ਗੁਰੂ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ, ਜੋ ਅੱਜ ਦੀ ਲੜੀਵਾਰ ਵਿਚਾਰ ਦੇ ਨਾਲ ਸੰਬੰਧਿਤ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਮੁਖਵਾਕ ਦੇ ਅੰਦਰ ਗੱਲ ਮਾਇਆ ਦੀ ਕਰਕੇ, ਮਾਇਆ ਕਿਵੇਂ ਜਗਤ ਦੇ ਉੱਪਰ ਆਪਣਾ ਪ੍ਰਭਾਵ ਪਾਈ ਰੱਖਦੀ ਹੈ। ਕਿਸੇ ਵੀ ਯਤਨ ਨਾਲ ਮਨੁੱਖ ਇਹਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਦਾ। ਗੁਰੂ ਦੀ ਬਖਸ਼ਿਸ਼, ਗੁਰੂ ਦੇ ਦਿੱਤੇ ਗਿਆਨ ਸਦਕਾ ਮਨੁੱਖ ਮਾਇਆ ਵਿੱਚ ਰਹਿ ਕੇ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਹੈ। ਜ਼ਿੰਦਗੀ ਦਾ ਮਕਸਦ ਹੈ ਪਰਮ ਆਨੰਦ ਵਿੱਚ ਲਿਵਲੀਨ ਹੋਣਾ। ਕੁਝ ਲੋਕਾਂ ਨੇ ਇਹ ਸੋਚਿਆ ਇਹ ਦੁਨੀਆ ਦੇ ਧਨ ਪਦਾਰਥ, ਦੁਨੀਆ ਦੀ ਮਾਇਆ ਇਹ ਰੁਕਾਵਟ ਹੈ ਜ਼ਿੰਦਗੀ ਵਿੱਚ। ਉਹ ਦੁਨੀਆ ਤੋਂ ਵੱਖਰੇ ਹੋ ਕੇ ਬੈਠ ਕੇ, ਦਰਅਸਲ ਮਾਇਆ ਦਾ ਅਰਥ ਧਨ ਨਹੀਂ ਹੈ। ਦੁਨੀਆ ਦੀ ਉਹ ਹਰ ਚੀਜ਼ ਜਿਹਦੇ ਮੋਹ ਵਿੱਚ ਪੈ ਕੇ ਅਸੀਂ ਪਰਮਾਤਮਾ ਨਾਲ ਟੁੱਟ ਜਾਈਏ, ਉਹ ਹਰ ਚੀਜ਼ ਮਾਇਆ ਹੈ। ਉਹ ਰੁਪਈਆ ਪੈਸਾ ਵੀ ਹੋ ਸਕਦਾ ਹੈ, ਉਹ ਜੋਬਨ ਜਵਾਨੀ ਵੀ ਹੋ ਸਕਦੀ ਹੈ, ਉਹ ਰਾਜਮੱਧ ਵੀ ਹੋ ਸਕਦਾ ਹੈ, ਕਿਸੇ ਕੀਤੇ ਕਰਮ ਦਾ ਅਹੰਕਾਰ ਵੀ ਹੋ ਸਕਦਾ ਹੈ। ਗੁਰੂ ਸਾਹਿਬ ਜੀ ਦਾ ਬਚਨ ਕਿ ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਉ ਦੂਜਾ ਲਾਇਆ। ਮਾਇਆ ਇਹ ਚੀਜ਼ ਕਿ ਜਿਹਦੇ ਨਾਲ ਜੁੜ ਕੇ ਅਸੀਂ ਰੱਬ ਨਾਲੋਂ ਹੀ ਟੁੱਟ ਜਾਈਏ, ਹੋਰ ਪਾਸੇ ਦਾ ਸਾਡਾ ਪਿਆਰ ਲੱਗ ਜਾਏ। ਦੁਨੀਆ ਤੇ ਜੋ ਕੁਝ ਵੀ ਹੈ ਪਰਮਾਤਮਾ ਨੇ ਬਣਾਇਆ, ਇਹ ਜ਼ਰੂਰੀ ਹੈ। ਇਹਦੇ ਤੋਂ ਬਿਨਾਂ ਸਾਡੀ ਜ਼ਿੰਦਗੀ ਬਤੀਤ ਨਹੀਂ ਹੋ ਸਕਦੀ। ਇਹਨੂੰ ਤੁਸੀਂ ਮਾਇਆ ਕਹਿ ਲਓ, ਕੁਝ ਕਹਿ ਲਓ, ਇਹ ਤੋਂ ਬਿਨਾਂ ਅਸੀਂ ਜਿਉ ਨਹੀਂ ਸਕਦੇ। ਸਤਿਗੁਰੂ ਜੀ ਨੇ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਜਿਵੇਂ ਸਰੀਰ ਦੇ ਅੰਦਰ ਟੈਂਪਰੇਚਰ ਜ਼ਰੂਰੀ ਹੈ, ਗਰਮੀ ਜ਼ਰੂਰੀ ਹੈ। ਉਹ ਟੈਂਪਰੇਚਰ ਘਟ ਜਾਣਾ ਵੀ ਖਤਰਨਾਕ ਹੈ, ਉਹ ਸਾਡੇ ਅੰਦਰ ਦੀ ਹੀਟ ਵੱਧ ਜਾਣੀ ਵੀ ਖਤਰਨਾਕ ਹੈ। ਉਹ ਕਿਸੇ ਲੈਵਲ ਵਿੱਚ ਰਹੇ ਤੇ ਜ਼ਿੰਦਗੀ ਸੁਖਦਾਈ ਰਹਿੰਦੀ ਹੈ।
ਇਹ ਦੁਨੀਆ 'ਚ ਜਿਹਨੂੰ ਅਸੀਂ ਮਾਇਆ ਕਹਿੰਦੇ, ਇਹ ਵੀ ਬਹੁਤ ਜ਼ਰੂਰੀ ਹੈ। ਇਹਦੇ ਨਾਲ ਵੀ ਸਾਡਾ ਲਗਾਓ ਕਿਸੇ ਸੀਮਾ ਤੱਕ ਰਹੇ, ਇਹ ਬੜੀ ਸੁਖਦਾਈ ਹੈ। ਲੇਕਿਨ ਜਦੋਂ ਘਟਦਾ ਹੈ ਤਾਂ ਵੀ ਦੁਖਦਾਈ ਹੈ, ਜਦੋਂ ਲੋੜ ਤੋਂ ਜ਼ਿਆਦਾ ਵੱਧਦਾ ਤਾਂ ਵੀ ਦੁਖਦਾਈ ਹੈ। ਸਤਿਗੁਰੂ ਜੀ ਨੇ ਪਵਿੱਤਰ ਬਾਣੀ 'ਚ ਇੱਕ ਬੜੀ ਪਿਆਰੀ ਗੱਲ ਕਹੀ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਸਤਿਗੁਰੂ ਜੀ ਕਹਿੰਦੇ ਜਿਵੇਂ ਸਾਡੇ ਸਰੀਰ ਦੀ ਜਠ ਰਗਨੀ ਹੈ ਨਾ, ਸਰੀਰ ਨੂੰ ਦੀ ਗਰਮੀ ਜਿਹਨੂੰ ਆਪਾਂ ਕਹਿ ਲਈਏ, ਉਹ ਬੜੀ ਜ਼ਰੂਰੀ ਹੈ। ਉਹਦੇ ਕਰਕੇ ਅਸੀਂ ਜਿਉਂਦੇ ਹਾਂ। ਦੇਖੋ ਸਾਡੇ ਪੇਟ ਦੀ ਗਰਮੀ ਕਰਕੇ ਅਸੀਂ ਜੋ ਕੁਝ ਖਾਂਦੇ ਉਹ ਪਚਦਾ ਹੈ, ਉਹ ਗਾਂ ਸਾਨੂੰ ਤਾਕਤ ਦਿੰਦਾ ਹੈ। ਉਹ ਜੇ ਘਟ ਜਾਏਗੀ ਤਾਂ ਵੀ ਖਤਰਨਾਕ ਹੈ, ਰੋਗਾਂ ਦਾ ਕਾਰਨ ਬਣਦੀ ਹੈ। ਉਹ ਜੇ ਨੀਅਤ ਹੱਦ ਤੋਂ ਵੱਧ ਜਾਏਗੀ ਤਾਂ ਵੀ ਉਹ ਦੁੱਖਾਂ ਦਾ ਕਾਰਨ ਬਣੇਗੀ। ਸਤਿਗੁਰੂ ਜੀ ਕਹਿੰਦੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਬਿਲਕੁਲ ਮਾਇਆ ਵੀ ਉਦਾਂ ਜਿਵੇਂ ਸਾਡੇ ਸਰੀਰ ਦੀ ਗਰਮੀ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਸਾਡੇ ਸਰੀਰ ਨੂੰ ਜਿਉਂਦੇ ਰੱਖਣ ਦੇ ਲਈ ਅੰਦਰ ਗਰਮੀ ਰੱਖੀ ਹੈ ਪ੍ਰਮਾਤਮਾ ਨੇ। ਸੰਸਾਰ 'ਚ ਅਸੀਂ ਜਿਉ ਸਕੀਏ, ਆਨੰਦ ਮਾਣ ਸਕੀਏ, ਇਹ ਬਾਹਰ ਮਾਇਆ ਰੱਖੀ ਹੈ ਪ੍ਰਮਾਤਮਾ ਨੇ। ਇਹ ਪ੍ਰਮਾਤਮਾ ਦੀ ਖੇਡ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਪ੍ਰਮਾਤਮਾ ਨੇ ਇਹ ਖੇਡ ਬਣਾਈ ਹੈ। ਭਾਈ ਗੁਰਦਾਸ ਜੀ ਨੇ ਇੱਕ ਹੋਰ ਉਦਾਹਰਣ ਦੇ ਕੇ ਸਮਝਾਇਆ, ਜਿਵੇਂ ਬੇੜੀ ਹੈ ਉਹ ਪਾਣੀ ਦੇ ਉੱਪਰ ਹੀ ਚੱਲਣੀ ਹੈ। ਪਾਣੀ ਤੋਂ ਬਿਨਾਂ ਬੇੜੀ ਤਰ ਨਹੀਂ ਸਕਦੀ, ਰੇਤ ਦੇ ਕੀ ਤਰੇਗੀ ਉਹ। ਇਸ ਕਰਕੇ ਬੇੜੀ ਤਾਰਨ ਦੇ ਲਈ ਪਾਣੀ ਹੋਣਾ ਬੜਾ ਜ਼ਰੂਰੀ ਹੈ। ਪਾਣੀ ਦੇ ਨਾਲ ਜਿੱਥੇ ਬੇੜੀ ਤਰਦੀ ਹੈ ਉੱਥੇ ਬੇੜੀ ਪਾਣੀ ਦੇ ਉੱਪਰ ਰਹੇ, ਪਾਣੀ ਬੇੜੀ ਵਿੱਚ ਨਾ ਪਏ। ਜਦੋਂ ਪਾਣੀ ਬੇੜੀ ਵਿੱਚ ਪੈ ਗਿਆ ਬੇੜੀ ਤਾਂ ਵੀ ਡੁੱਬ ਜਾਏਗੀ। ਜੇ ਪਾਣੀ ਨਹੀਂ ਹੋਏਗਾ ਬੇੜੀ ਤਾਂ ਵੀ ਨਹੀਂ ਤਰੇਗੀ। ਜੇ ਪਾਣੀ ਬੇੜੀ ਵਿੱਚ ਪੈ ਗਿਆ ਬੇੜੀ ਤਾਂ ਵੀ ਨਹੀਂ ਤਰ ਸਕੇਗੀ, ਡੁੱਬ ਜਾਏਗੀ। ਸਾਡੀ ਜ਼ਿੰਦਗੀ ਤੇ ਮਾਇਆ ਦਾ ਸੁਮੇਲ ਕੁਝ ਇਦਾਂ ਦਾ ਹੈ। ਮਾਇਆ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਕੋਈ ਕੰਮ ਚੱਲ ਹੀ ਨਹੀਂ ਸਕਦਾ। ਪਰ ਮਾਇਆ ਦੀ ਮਮਤਾ ਖਤਰਨਾਕ ਹੈ। ਅਸੀਂ ਜ਼ਿੰਦਗੀ ਦੇ ਅੰਦਰ ਇਨਸਾਨ ਬਣਨ ਲਈ ਆਏ ਸੀ, ਪਰਮ ਆਨੰਦ ਮਾਣਨ ਲਈ ਆਏ ਸੀ। ਪਰ ਮਨੁੱਖ ਜਦੋਂ ਮਾਇਆ ਨੂੰ ਹੀ ਅਹਿਮੀਅਤ ਦੇ ਕੇ ਆਪਣੇ ਇਨਸਾਨੀ ਗੁਣਾਂ ਨੂੰ ਕੁਰਬਾਨ ਕਰ ਦਿੰਦਾ ਹੈ। ਮਾਇਆ ਦੇ ਬਦਲੇ ਸੱਚਾਈ ਕੁਰਬਾਨ ਕਰ ਦੇਣੀ, ਮਾਇਆ ਦੇ ਬਦਲੇ ਈਮਾਨ ਤਿਆਗ ਦੇਣਾ, ਮਾਇਆ ਕਰਕੇ ਦੂਜੇ ਨਾਲ ਧੋਖਾ ਧੜੀ ਕਰਨੀ, ਉਦੋਂ ਮਨੁੱਖ ਦੀ ਬੇੜੀ ਡੁੱਬਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਮਨੁੱਖ ਕਰਦਾ ਕੀ ਹੈ, ਇਸ ਮਾਇਆ ਦੇ ਮਗਰ ਲੱਗ ਕੇ ਦੀਨ ਗਵਾਇਆ, ਦੁਨੀ ਸਿਓ ਦੁਨੀ ਨ ਚਾਲੀ, ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਜੇਕਰ ਕੋਈ ਇਹ ਗੱਲ ਕਹੇ ਕਿ ਮੈਂ ਕਿਸੇ ਹੋਰ ਯਤਨ ਨਾਲ ਮਾਇਆ ਨੂੰ ਜਿੱਤ ਲਵਾਂਗਾ, ਸਤਿਗੁਰੂ ਜੀ ਕਹਿੰਦੇ ਨਹੀਂ ਜਿੱਤ ਸਕਦਾ। ਮਾਇਆ ਪ੍ਰਮਾਤਮਾ ਨੇ ਬਣਾਈ ਹੈ। ਮਾਇਆ ਇੰਨੀ ਪ੍ਰਬਲ ਹੈ, ਇੰਨੀ ਤਾਕਤਵਰ ਹੈ। ਸਤਿਗੁਰੂ ਜੀ ਕਹਿੰਦੇ ਇਹਦੇ ਤੋਂ ਤਾਕਤਵਰ ਕੋਈ ਨਹੀਂ, ਕੋਈ ਜਪੀ, ਕੋਈ ਤਪੀ, ਕੋਈ ਹਠੀ, ਕੋਈ ਦੇਵਤਾ, ਕੋਈ ਇਹਦੇ ਤੋਂ ਤਾਕਤਵਰ ਨਹੀਂ ਹੈ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾ ਦਿਓ ਛਲਿਆ। ਵੱਡੇ ਵੱਡੇ ਦੇਵਤਿਆਂ ਦੀਆਂ ਕਹਾਣੀਆਂ ਅਸੀਂ ਸੁਣਦੇ ਹਾਂ ਕਿ ਮਾਇਆ ਨੇ ਉਹਨਾਂ ਨੂੰ ਕਿਵੇਂ ਘੁਮਾਇਆ, ਉਹ ਕਿਵੇਂ ਮਾਇਆ ਦੇ ਜਾਲ ਵਿੱਚ ਫਸੇ ਰਹੇ, ਮੁਕਤ ਨਾ ਹੋ ਸਕੇ। ਸਤਿਗੁਰੂ ਜੀ ਨੇ ਸਾਨੂੰ ਮਾਰਗ ਦਿੱਤਾ ਹੈ, ਗ੍ਰਸਥ ਵਿੱਚ ਉਦਾਸ ਰਹਿਣ ਦਾ ਮਾਰਗ, ਮਾਇਆ ਵਿੱਚ ਰਹਿ ਕੇ ਜ਼ਿੰਦਗੀ ਦਾ ਆਨੰਦ ਮਾਣਨ ਦਾ ਮਾਰਗ। ਜੋ ਕੁਝ ਪ੍ਰਮਾਤਮਾ ਨੇ ਬਣਾਇਆ ਉਹ ਮਨੁੱਖ ਦੇ ਸੁੱਖਾਂ ਲਈ ਹੈ, ਕੁਝ ਵੀ ਮਾੜਾ ਨਹੀਂ ਹੈ। ਜਦੋਂ ਅਸੀਂ ਕਹਿੰਦੇ ਮਾਇਆ ਬੜੀ ਮਾੜੀ ਹੈ, ਫਲਾਣੀ ਚੀਜ਼ ਮਾੜੀ ਹੈ, ਇਹਦਾ ਮਤਲਬ ਕਿ ਪ੍ਰਮਾਤਮਾ ਨੇ ਮਾੜਾ ਬਣਾਇਆ। ਸਾਨੂੰ ਇਸ ਜਗਤ ਵਿੱਚ ਰਹਿਣਾ ਨਹੀਂ ਆਉਂਦਾ, ਇਹ ਗੱਲ ਵੱਖਰੀ ਹੈ। ਜਾਂ ਸਾਨੂੰ ਇਹ ਮਾਇਆ ਕਿਵੇਂ ਵਰਤਣੀ ਹੈ ਜਾਂ ਇਹਦੇ ਤੋਂ ਸੁੱਖ ਕਿਵੇਂ ਲੈਣਾ ਹੈ, ਇਹ ਗੱਲ ਵੱਖਰੀ ਹੈ। ਲੇਕਿਨ ਪ੍ਰਮਾਤਮਾ ਨੇ ਮਾਇਆ ਬਣਾਈ ਮਾੜੀ ਨਹੀਂ ਹੈ। ਦੇਖੋ ਸਤਿਗੁਰੂ ਜੀ ਨੇ ਬੜੀਆਂ ਪਿਆਰੀਆਂ ਉਦਾਹਰਣਾਂ ਦਿੱਤੀਆਂ। ਇੱਕ ਸਪਣੀ ਦੀ ਉਦਾਹਰਨ ਦਿੱਤੀ, ਨਾਗਣ ਦੀ ਉਦਾਹਰਨ ਦਿੱਤੀ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸकी सेवा ਜੋ ਕਰੇ ਤਿਸੀ ਕੋ ਫਿਰ ਖਾਏ, ਗੁਰਮੁਖ ਕੋਈ ਗਾਰੜੂ ਤਿਨ ਧਨ ਮਲ ਲਾਹੀ ਪਾਏ। ਮਾਇਆ ਨੂੰ ਨਾਗਣ ਦੇ ਨਾਲ ਤੁਲਨਾ ਦਿੱਤੀ। ਮਾਇਆ ਨਾਗਣ ਹੈ, ਪਰ ਜਿਹੜਾ ਇਹਦੀ ਸੇਵਾ ਕਰੇਗਾ ਉਹ ਇਹਦੀ ਖੁਰਾਕ ਬਣ ਜਾਏਗਾ। ਸੇਵਾ ਦਾ ਅਰਥ ਕਿ ਜਿਹੜਾ ਇਹਦੇ ਮਗਰ ਹੀ ਪੈ ਜਾਏਗਾ, ਜਿਹੜਾ ਇਹਦੀ ਖਾਤਰ ਆਪਣਾ ਦੀਨ ਕੁਰਬਾਨ ਕਰ ਦੇਵੇਗਾ, ਉਹਨੂੰ ਇਹ ਖਾ ਜਾਏਗੀ।
ਪਰ ਜਿਵੇਂ ਜੋਗੀ ਲੋਕ ਹੁੰਦੇ ਨੇ, ਅਸਪੇਰੇ ਹੁੰਦੇ ਨੇ, ਉਹਨਾਂ ਦੇ ਕੋਲ ਸੱਪ ਹੁੰਦੇ ਨੇ, ਜ਼ਹਿਰੀਲੇ ਹੁੰਦੇ ਨੇ, ਖਤਰਨਾਕ ਹੁੰਦੇ ਨੇ, ਪਰ ਉਹਨਾਂ ਦੇ ਕੋਲ ਜੁਗਤ ਹੁੰਦੀ ਹੈ। ਉਹਦੇ ਕਰਕੇ ਉਹ ਸੱਪ ਜਿਹੜੇ ਨੇ ਉਹਨਾਂ ਦੀ ਗੁਜ਼ਰਾਨ ਬਣ ਜਾਂਦੇ ਨੇ, ਉਹਨਾਂ ਦੀ ਰੋਜੀ ਰੋਟੀ ਦਾ ਇੱਕ ਵਸੀਲਾ ਬਣ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਮਾਇਆ ਵੀ ਨਾਗਣੀ ਹੈ, ਜੇ ਇਹਦੀ ਸੇਵਾ 'ਚ ਲੱਗਾਂਗੇ ਇਹ ਖਾ ਜਾਏਗੀ, ਪਰ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੂੰ ਗੁਰੂ ਦਾ ਮੰਤਰ ਮਿਲਦਾ ਹੈ, ਮਾਇਆ ਉਹਨਾਂ ਦੀ ਸੇਵਕ ਬਣ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਮਾਇਆ ਸਾਰੇ ਜਗਤ ਤੇ ਪ੍ਰਭਾਵ ਪਾਉਂਦੀ ਹੈ, ਇੰਨਾ ਪ੍ਰਭਾਵ ਕਿ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ। ਸਤਿਗੁਰੂ ਜੀ ਕਹਿੰਦੇ ਇਹ ਮਾਇਆ ਮਨੁੱਖ ਨੂੰ ਆਪਣੀ ਚਮਕ ਦਮਕ ਦਿਖਾ ਕੇ, ਮਨੁੱਖ ਇਹਦੀ ਚਮਕ ਦਮਕ 'ਚ ਫਸ ਗਏ, ਇਹਨੂੰ ਪਰਮਾਤਮਾ ਹੀ ਭੁੱਲ ਜਾਂਦਾ ਹੈ। ਰਤਾ ਜਿੰਨਾ ਮਨੁੱਖ ਪਰਮਾਤਮਾ ਵਾਲੇ ਪਾਸੇ ਲੱਗਦਾ ਨਹੀਂ, ਜਿੰਨਾ ਮਰਜ਼ੀ ਇਹਨੂੰ ਉਪਦੇਸ਼ ਦਿਓ, ਜਿੰਨਾ ਮਰਜ਼ੀ ਜ਼ਿੰਦਗੀ 'ਚ ਇਹਨੂੰ ਪ੍ਰੇਰੋ, ਲੇਕਿਨ ਇਹ ਰੱਬ ਵਾਲੇ ਬੰਨੇ ਕਿੰਚਿਤ ਭਰ ਸਮੇਂ ਲਈ ਲੱਗਣ ਲਈ ਤਿਆਰ ਨਹੀਂ। ਜੇ ਕਿਤੇ ਥੋੜਾ ਬਹੁਤਾ ਦੁਖੀ ਹੁੰਦਾ ਤੇ ਐ ਕੇਵਲ ਸਵਾਰਥ ਲਈ, ਦਿਖਾਵੇ ਲਈ ਇਹ ਲੱਗ ਵੀ ਜਾਏ, ਪਰ ਮਨ ਕਰਕੇ ਨਹੀਂ ਲੱਗਦਾ। ਉਹਦਾ ਕਾਰਨ ਹੈ ਕਿ ਮਾਇਆ ਮਦ ਮਾਤਾ ਹੋਛੀ ਬਾਤਾ। ਸਤਿਗੁਰੂ ਜੀ ਕਹਿੰਦੇ ਤੇ ਮਾਇਆ ਵਿੱਚ ਹੀ ਮਸਤ ਤੁਰਿਆ ਫਿਰਦਾ ਹੈ, ਹੋਛੀਆਂ ਗੱਲਾਂ ਕਰਦਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਮਾਇਆ ਦੀ ਗੱਲ ਕਰਕੇ, ਮਾਇਆ ਕਿਵੇਂ ਜਗ ਦੇ ਵਿੱਚ ਆਪਣਾ ਪ੍ਰਭਾਵ ਪਾਉਂਦੀ ਹੈ, ਕਿਵੇਂ ਉਹ ਖੇਡ ਖੇਡਦੀ ਹੈ, ਤੇ ਇਹਦੇ ਤੋਂ ਬਚਣ ਦਾ ਸਾਧਨ ਕੀ, ਜਾਂ ਇਹਦੇ ਤੋਂ ਉੱਚੇ ਉੱਠਣ ਦਾ ਸਾਧਨ ਕੀ ਹੈ, ਮਾਇਆ ਵਿੱਚ ਰਹਿ ਕੇ ਜ਼ਿੰਦਗੀ ਦਾ ਆਨੰਦ ਮਾਣਨ ਦਾ ਸਾਧਨ ਕੀ ਹੈ। ਜੋ ਬਚਨ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਮੁਖ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਕਰਤ ਖੇਲ ਵਿਖੈ ਮੇਲ ਚੰਦਰ ਸੂਰ ਮੋਹ ਹੈ। ਸਤਿਗੁਰੂ ਜੀ ਦੇ ਇਹ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1231 ਤੇ ਅੰਕਿਤ ਹਨ। ਸਾਹਿਬ ਜੀ ਕਹਿੰਦੇ ਕਿ ਕਰਤ ਖੇਲ ਵਿਖੈ ਮੇਲ, ਇਹ ਮਾਇਆ ਜਿਹੜੀ ਹੈ ਨਾ, ਬੜੀਆਂ ਖੇਲਾਂ ਕਰਦੀ ਹੈ, ਬੜੀਆਂ ਖੇਡਾਂ ਕਰਦੀ ਹੈ, ਔਰ ਜਦੋਂ ਮਾਇਆ ਮਨੁੱਖ ਤੇ ਪ੍ਰਭਾਵ ਪਾਉਂਦੀ ਹੈ ਨਾ, ਉਦੋਂ ਵਿਖੈ ਮੇਲ ਇਹਨੂੰ ਵਿਕਾਰਾਂ ਵਾਲੇ ਬੰਨੇ ਲੈ ਜਾਂਦੀ ਹੈ। ਮਾਇਆ ਦੀ ਮਸਤੀ ਹੋਏਗੀ, ਮਨੁੱਖ ਸੋਚੇਗਾ ਕਿ ਮੇਰੇ ਕੋ ਬਹੁਤ ਮਾਇਆ ਹੈ, ਕੀ ਕਰੇਗਾ? ਔਗਣ ਕਰੇਗਾ, ਫਿਰ ਨਸ਼ੇ ਕਰੇਗਾ, ਹੰਕਾਰ ਚਾ ਕੇ ਲੋਕਾਂ ਨੂੰ ਤੰਗ ਕਰੇਗਾ, ਇਵੇਂ ਕਹਿ ਲੋ ਕਿ ਹੋਰ ਜ਼ਿੰਦਗੀ ਦੇ ਅੰਦਰ ਕਈ ਗਲਤ ਕੰਮ ਕਰੇਗਾ। ਇਹ ਮਾਇਆ ਦੇ ਵਿੱਚ ਜਦੋਂ ਮਨੁੱਖ ਦੀ ਸੁਰਤ ਲੱਗ ਜਾਂਦੀ ਹੈ, ਉਦੋਂ ਫਿਰ ਮਾਇਆ ਇਹੋ ਜਿਹੀਆਂ ਕੇਲਾਂ ਕਰਦੀ ਕਿ ਵਿਖੇ ਮੇਲ, ਵਿਖੇ ਮੈਣਾ ਵਿਸ਼ੇ ਵਿਕਾਰਾਂ ਵਿੱਚ ਮਨੁੱਖ ਨੂੰ ਜੋੜ ਦਿੰਦੀ ਹੈ। ਸਾਹਿਬ ਜੀ ਕਹਿੰਦੇ ਚੰਦਰ ਸੂਰ ਮੋਹ ਹੈ, ਚੰਦਰਮਾ ਤੇ ਸੂਰਜ ਵਰਗਿਆਂ ਨੂੰ ਇਹਨੇ ਮੋਹ ਲਿਆ। ਭਾਵ ਕਿ ਦੁਨੀਆ ਦੀਆਂ ਜਿੰਨੀਆਂ ਵੀ ਤਾਕਤਾਂ ਨੇ, ਜਿੰਨੇ ਵੀ ਦੇਵਤੇ ਨੇ, ਉਹਨਾਂ ਦੇ ਉੱਪਰ ਇਹਦਾ ਪ੍ਰਭਾਵ ਪੈ ਗਿਆ, ਕੋਈ ਇਹਦੇ ਤੋਂ ਬਚ ਨਹੀਂ ਸਕਿਆ। ਇੰਦਰ ਵਰਗੀਆਂ ਦੀਆਂ ਕਹਾਣੀਆਂ ਸੁਣਦੇ ਹਾਂ, ਬ੍ਰਹਮਾ ਦੀਆਂ ਕਹਾਣੀਆਂ ਸੁਣਦੇ ਹਾਂ, ਸ਼ਿਵ ਜੀ ਦੀਆਂ ਸੁਣਦੇ ਹਾਂ, ਹਰ ਥਾਂ ਤੇ ਮਾਇਆ ਨੇ ਆਪਣਾ ਪ੍ਰਭਾਵ ਪਾਇਆ। ਵੱਡੇ ਵੱਡੇ ਤਪੀਸਰਾਂ ਦੀਆਂ ਕਥਾ ਕਹਾਣੀਆਂ ਆਮ ਸੁਣੀਆਂ ਜਾਂਦੀਆਂ ਨੇ। ਘਰ ਬਾਹਰ ਛੱਡ ਕੇ ਜੰਗਲਾਂ 'ਚ ਚਲੇ ਜਾਂਦੇ ਨੇ ਕਿ ਅਸੀਂ ਮਾਇਆ ਤੋਂ ਵੱਖਰੇ ਰਹਿਣਾ ਹੈ, ਮਾਇਆ ਉੱਥੇ ਵੀ ਇਹਨਾਂ ਨੂੰ ਚੰਬੜ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਦੇਸ ਛੋੜ ਪ੍ਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਇਹ ਘਰ ਛੱਡ ਕੇ ਪ੍ਰਦੇਸਾਂ ਚਲਿਆ ਜਾਂਦਾ ਹੈ, ਜੰਗਲਾਂ ਚਲਿਆ ਜਾਂਦਾ ਹੈ। ਇਹ ਪੰਜ ਵਿਕਾਰ ਤੇ ਉੱਥੇ ਵੀ ਮਨੁੱਖ ਦੇ ਨਾਲ ਤੁਰੇ ਫਿਰਦੇ ਨੇ। ਕ੍ਰੋਧ ਉੱਥੇ ਵੀ ਤੁਰਿਆ ਫਿਰਦਾ ਹੈ, ਹੰਕਾਰ ਉੱਥੇ ਵੀ ਤੁਰਿਆ ਫਿਰਦਾ ਹੈ, ਵਿਕਾਰ ਉੱਥੇ ਵੀ ਆ ਕੇ ਘੇਰੀ ਫਿਰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਚੰਦਰ ਸੂਰ ਮੋਹ ਹੈ। ਮਾਇਆ ਨੇ ਹਰ ਚੀਜ਼ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ, ਕੇਵਲ ਮਨੁੱਖਾਂ ਨੂੰ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਪਾਣੀ 'ਚ ਰਹਿਣ ਵਾਲੇ ਜੀਵ ਵੀ ਮਾਇਆ ਤੋਂ ਬਚ ਨਾ ਸਕੇ। ਜਦੋਂ ਕੋਈ ਮੱਛੀ ਜੀਵ ਦੇ ਰਸ ਵਿੱਚ ਪੈ ਕੇ ਸ਼ਿਕਾਰੀ ਦੇ ਜਾਲ 'ਚ ਫਸ ਜਾਂਦੀ ਹੈ, ਇਹ ਵੀ ਤਾਂ ਇੱਕ ਮਾਇਆ ਹੀ ਹੈ। ਉਹਨੂੰ ਜਿਹਵਾ ਦੇ ਰਸ ਦੇ ਰਾਹੀਂ ਇਹਨੇ ਪ੍ਰਭਾਵਿਤ ਕਰ ਦਿੱਤਾ। ਜਦੋਂ ਇੱਕ ਪਤੰਗਾ ਆਪਣੀਆਂ ਅੱਖਾਂ ਦੀ ਦ੍ਰਿਸ਼ਟੀ ਦੇ ਰੋਕ ਕਰਕੇ ਕਿਸੇ ਲਾਈਟ ਤੇ ਆ ਕੇ ਮਰ ਜਾਂਦਾ ਹੈ, ਇਹ ਵੀ ਇੱਕ ਮਾਇਆ ਦਾ ਰੂਪ ਹੈ। ਜਦੋਂ ਇੱਕ ਹਿਰਨ
ਨਾਦ ਬਦਲੇ ਕੰਡੇ ਹੇੜੇ ਦੇ ਨਾਦ ਦੀ ਆਵਾਜ਼ ਤੇ ਮੋਹਿਤ ਹੋ ਕੇ ਆਪਣੀ ਸੁੱਧ ਬੁੱਧ ਭੁੱਲ ਜਾਂਦਾ ਹੈ ਤੇ ਫੜਿਆ ਜਾਂਦਾ ਹੈ। ਇਹ ਵੀ ਮਾਇਆ ਦਾ ਇੱਕ ਰੂਪ ਹੈ। ਜਿੱਧਰ ਵੀ ਤੁਸੀਂ ਜਾਓਗੇ ਉੱਥੇ ਕਿਸੇ ਨਾ ਕਿਸੇ ਰੂਪ ਵਿੱਚ ਕਈ ਰੰਗ ਰੂਪ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆਈ ਮੁਝੇ ਪੈ ਅਨਕ ਕਰੇ ਕਰ ਭੇਸ। ਇਹ ਕਈ ਭੇਖ ਬਣਾ ਬਣਾ ਕੇ ਆਉਂਦੀ ਹੈ। ਜੇਕਰ ਕੋਈ ਮਨੁੱਖ ਕਹੇ ਨਾ ਕਿ ਮੈਂ ਮਾਇਆ ਤੋਂ ਬਚ ਜਾਂਗਾ, ਪੈਸੇ ਨੂੰ ਹੱਥ ਨਹੀਂ ਲਾਉਂਦਾ ਜੀ, ਮੈਂ ਘਰ 'ਚ ਨਹੀਂ ਰਹਿਣਾ, ਇਹ ਤੇ ਚੀਜ਼ਾਂ ਵਾਹਿਗੁਰੂ ਜੀ ਨੇ ਸਾਡੇ ਸੁੱਖਾਂ ਲਈ ਦਿੱਤੀਆਂ ਨੇ। ਇਹ ਚੀਜ਼ਾਂ ਮਾਇਆ ਉਦੋਂ ਬਣਦੀਆਂ ਨੇ ਜਦੋਂ ਅਸੀਂ ਇਹਨਾਂ ਚੀਜ਼ਾਂ ਵਿੱਚ ਖਚਤ ਹੋ ਕੇ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਾਂ। ਨਹੀਂ ਤੇ ਇਹ ਚੀਜ਼ਾਂ ਮਾਇਆ ਨਹੀਂ ਹੈ, ਇਹ ਚੀਜ਼ਾਂ ਗੁਜ਼ਰਾਨ ਨੇ, ਇਹ ਜ਼ਿੰਦਗੀ ਬਤੀਤ ਕਰਨ ਦੇ ਲਈ ਸਾਧਨ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੰਦਰ ਸੂਰ ਮੋਹ ਹੈ। ਇਹ ਮਾਇਆ ਜਿਹੜੀ ਹੈ ਇਹਨੇ ਚੰਦਰਮਾ ਸੂਰਜ ਵਰਗੇ ਜਿਹੜੇ ਜਿਨ੍ਹਾਂ ਨੂੰ ਲੋਕੀ ਦੇਵਤੇ ਗਿਣਦੇ ਨੇ, ਇਹਨਾਂ ਨੂੰ ਮੋਹ ਲਿਆ, ਇਹਨਾਂ ਤੇ ਆਪਣਾ ਪ੍ਰਭਾਵ ਪਾ ਲਿਆ। ਉਪਜਤਾ ਬੇਕਾਰ ਦੁੰਦਰ ਨੌਪੁਰੀ ਚੁਨਤਕਾਰ ਸੁੰਦਰ ਅਨਕ ਭਾਵ ਕਰਤ ਫਿਰਤ ਬਿਨ ਗੋਪਾਲ ਧੋਹੇ। ਸਤਿਗੁਰੂ ਜੀ ਕਹਿੰਦੇ ਮਾਇਆ ਜਿਹੜੀ ਹੈ ਨਾ, ਇਹਦੇ ਰਾਹੀਂ ਮਨੁੱਖ ਦੇ ਅੰਦਰ ਬੜੇ ਝਗੜਾਲੂ, ਦੁੰਦਰ ਦਾ ਅਰਥ ਹੁੰਦਾ ਝਗੜਾਲੂ, ਜ਼ਿੰਦਗੀ ਦੇ ਅੰਦਰ ਦੁੱਖ ਕਲੇਸ਼ ਕਰਨ ਵਾਲੇ, ਮਾਇਆ ਕਰਕੇ ਮਨੁੱਖ ਦੇ ਅੰਦਰ ਬੜੇ ਦੁਖਦਾਈ ਵਿਕਾਰ ਪੈਦਾ ਹੁੰਦੇ ਨੇ। ਮਾਇਆ ਕਰਕੇ ਕ੍ਰੋਧ ਪੈਦਾ ਹੋਏਗਾ। ਕ੍ਰੋਧ ਇੱਕ ਅੱਗ ਹੈ। ਕ੍ਰੋਧ ਵਿੱਚ ਬੰਦਾ ਆਪ ਵੀ ਸੜਦਾ ਤੇ ਹੋਰਨਾਂ ਨੂੰ ਵੀ ਸੜਦਾ। ਮਾਇਆ ਕਰਕੇ ਹੰਕਾਰ ਪੈਦਾ ਹੋਏਗਾ, ਕਾਮ ਪੈਦਾ ਹੋਏਗਾ, ਮਾਇਆ ਕਰਕੇ ਹੋਰ ਔਗਣ ਪੈਦਾ ਹੋਣਗੇ। ਦੁੰਦਰ ਦਾ ਅਰਥ ਹੁੰਦਾ ਝਗੜਾਲੂ, ਜਿਹੜੇ ਹਰ ਵੇਲੇ ਝਗੜਾ ਹੀ ਪਾਈ ਰੱਖਣ, ਦੁਖੀ ਕਰਦੇ ਰਹਿਣ। ਇਹ ਮਾਇਆ ਕਰਕੇ ਮਨੁੱਖ ਦੇ ਅੰਦਰ ਇਹ ਦੁਖਦਾਈ ਵਿਕਾਰ ਪੈਦਾ ਹੁੰਦੇ ਨੇ। ਇਹ ਹੰਕਾਰ ਹੋਣਾ, ਕ੍ਰੋਧ ਹੋਣਾ, ਇਹ ਮਾਇਆ ਦੇ ਅੱਗੇ ਸੇਵਾਦਾਰ ਨੇ। ਜਿੰਨਾ ਚਿਰ ਮਨੁੱਖ ਦੇ ਉੱਪਰ ਮਾਇਆ ਦਾ ਪ੍ਰਭਾਵ ਹੋਏਗਾ, ਉਹ ਸੋਚੇਗਾ ਕਿ ਮੈਂ ਬੜਾ ਤਗੜਾ ਹਾਂ, ਮੇਰੇ ਕੋਲ ਬੜੀ ਦੌਲਤ ਹੈ। ਹੰਕਾਰ ਹੋਏਗਾ, ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਰੁਤਬੇ ਵਾਲਾ ਹਾਂ, ਹੰਕਾਰ ਆਏਗਾ। ਸਤਿਗੁਰੂ ਜੀ ਕਹਿੰਦੇ ਇਹ ਮਾਇਆ ਜਿਹੜੀ ਹੈ ਕਈ ਰੂਪਾਂ 'ਚ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਪੜ੍ਹੋ। ਸ਼੍ਰੀ ਰਾਗ ਦਾ ਜੋ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਹੈ, ਜਿੱਥੇ ਸਤਿਗੁਰੂ ਜੀ ਕਹਿੰਦੇ ਮੋਤੀ ਤਾਂ ਮੰਦਰ ਉਸਰੈ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ, ਚਾਓ ਮਤ ਦੇਖ ਭੂਲਾਂ ਵੀਸਰੈ, ਤੇਰਾ ਚਿਤ ਨ ਆਵੇ ਨਾਉ, ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਮਨੁੱਖ ਦਾ ਇਹ ਮਨ ਜਿਹੜਾ ਹੈ ਨਾ, ਮਾਇਆ ਦੇ ਢੇ ਸੜ ਕੇ ਅੰਦਰੋਂ ਐ ਸੜ ਬਲ ਜਾਂਦਾ ਹੈ। ਮੈਨੂੰ ਗੁਰੂ ਨੇ ਦੱਸਿਆ ਹੈ ਕਿ ਜੇ ਜ਼ਿੰਦਗੀ ਅੰਦਰ ਬਚਣਾ ਹੈ ਨਾ ਇਹ ਸੱਗ ਤੋਂ, ਤੇ ਪਰਮਾਤਮਾ ਤੋਂ ਬਿਨਾਂ ਕੋਈ ਥਾਂ ਨਹੀਂ ਹੈ ਬਚਣ ਦਾ। ਕੇਵਲ ਇੱਕ ਪਰਮਾਤਮਾ ਦਾ ਨਾਮ ਹੈ। ਤੇ ਸਤਿਗੁਰੂ ਜੀ ਨੇ ਮਾਇਆ ਦੇ ਰੂਪ ਵੀ ਬਿਆਨ ਕੀਤੇ ਨੇ। ਬੜੇ ਬੜੇ ਸੋਹਣੇ ਘਰ ਹੋਣ, ਮੋਤੀਆਂ ਨਾਲ ਜੜਤ ਹੋਣ, ਵਿੱਚ ਚੰਦਨ ਕਸਤੂਰੀ ਦਾ ਲੇਪ ਕੀਤਾ ਹੋਏ, ਉਹਨਾਂ ਘਰਾਂ ਵਿੱਚ ਸਾਰੀਆਂ ਸੁੱਖ ਸਹੂਲਤਾਂ ਮੌਜ ਮੇਲੇ ਦੇ ਸਾਧਨ ਹੋਣ, ਇਹ ਵੀ ਮਾਇਆ ਦਾ ਰੂਪ ਹੈ। ਮਨੁੱਖ ਦੇ ਕੋਲ ਰਾਜ ਗੱਦੀਆਂ ਹੋਣ, ਤਾਕਤ ਹੋਏ, ਪਾਵਰ ਹੋਏ, ਹੁਕਮ ਚੱਲਦਾ ਹੋਏ, ਦੁਨੀਆ ਅੱਗੇ ਪਿੱਛੇ ਫਿਰਦੇ ਹੋਣ, ਇਹ ਵੀ ਤੇ ਇੱਕ ਮਾਇਆ ਦਾ ਰੂਪ ਹੈ। ਇੱਕ ਹੋਰ ਦੱਸਿਆ ਜਿਹੜਾ ਜ਼ਿਆਦਾਤਰ ਪਤਾ ਨਹੀਂ ਮਨੁੱਖਾਂ ਨੂੰ। ਜ਼ਿਆਦਾਤਰ ਮਾਇਆ ਆਪਾਂ ਦੇਖਦੇ ਬਾਹਰੋਂ ਵਾਰ ਕਰਦੀ ਹੈ, ਕਿਸੇ ਰੰਗ ਰੂਪ ਦੇ ਰੂਪ ਵਿੱਚ, ਕਿਸੇ ਧਨ ਦੇ ਰੂਪ ਵਿੱਚ, ਕਿਸੇ ਜੋਬਨ ਜਵਾਨੀ ਦੇ ਰੂਪ ਵਿੱਚ। ਲੇਕਿਨ ਮਾਇਆ ਜਦੋਂ ਅੰਦਰੋਂ ਵਾਰ ਕਰਦੀ, ਸਿੱਧ ਹੋਵਾਂ ਸਿੱਧ ਲਾਈ ਰਿੱਧ, ਆਖਾਂ ਆਓ ਗੋਦ ਪ੍ਰਗਟ ਹੋਏ, ਬੈਸਾਂ ਲੋਕ ਰਾਖੇ ਪਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾਉ। ਮੈਂ ਸਿੱਧ ਬਣ ਜਾਵਾਂ, ਸਿੱਧ ਦਾ ਅਰਥ ਪੁੱਗ ਜਾਵਾਂ, ਜ਼ਿੰਦਗੀ 'ਚ ਕਾਮਯਾਬ ਹੋ ਜਾਵਾਂ, ਬੜਾ ਤਪ ਕਰਕੇ, ਜਪ ਕਰਕੇ, ਹੱਠ ਕਰਕੇ ਬੜੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਵਾਂ। ਦੁਨੀਆ ਕੇ ਬੜਾ ਪੁੱਗਿਆ ਹੋਇਆ ਬੰਦਾ ਹੈ, ਬੜਾ ਕਰਮਾਤੀ ਹੈ ਤੇ ਬੜਾ ਮਹਾਨ ਹੈ, ਬੜੀ ਭਾਵਨਾ ਰੱਖੇ ਦੁਨੀਆ। ਔਰ ਇੱਥੇ ਹੀ ਬਸ ਨਹੀਂ ਹੈ, ਕਦੀ ਮੈਂ ਲੁਕ ਜਾਵਾਂ, ਦੁਨੀਆ ਦੇਖਦੀ ਰਹਿ ਜੇ ਕਿ ਬਾਬਾ ਜੀ ਕਿੱਧਰ ਚਲੇ ਗਏ ਨੇ। ਝਾਟੀ ਮੈਂ ਸਾਹਮਣੇ ਆ ਜਾਵਾਂ, ਦੁਨੀਆ ਇੱਕਦਮ ਹੈਰਾਨ ਰਹਿ ਜੇ, ਬੜੀ ਸ਼ਰਧਾ ਬਣ ਜੇ, ਝਾਟੀ ਬਾਬਾ ਜੀ ਆ ਗਏ ਜੀ, ਪਤਾ ਨਹੀਂ ਕਿੱਥੋਂ ਆ ਗਏ। ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਪਾਓ, ਦੁਨੀਆ ਬੜੀ ਭਾਵਨਾ ਰੱਖੇ, ਮੇਰੇ ਕੋਲ ਰਿੱਧੀਆਂ ਸਿੱਧੀਆਂ ਹੋਣ। ਸਤਿਗੁਰੂ ਜੀ ਕਹਿੰਦੇ ਵੀ ਤੇ ਮਾਇਆ ਹੀ ਹੈ।
ਕੋਈ ਧਨ ਕਰਕੇ ਹੰਕਾਰ ਚ ਆ ਜਾਂਦਾ ਹੈ, ਕੋਈ ਰਿਧੀਆਂ ਸਿਧੀਆਂ ਕਰਕੇ ਆ ਜਾਂਦਾ ਹੈ, ਭਗਤੀ ਕਰਕੇ ਆ ਜਾਂਦਾ, ਇਹ ਵੀ ਤੇ ਇੱਕ ਮਾਇਆ ਹੀ ਹੈ। ਗੁਰਦੇਵ ਕਹਿੰਦੇ ਇਹ ਮਾਇਆ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ, ਪਰਮਾਤਮਾ ਦਾ ਨਾਮ। ਅੱਜ ਤੱਕ ਮਾਇਆ ਨੇ ਕਿਸੇ ਵੀ ਰੂਪ ਵਿੱਚ ਕਿਸੇ ਦਾ ਸਾਥ ਨਹੀਂ ਦਿੱਤਾ, ਜਾਣ ਲੱਗਿਆਂ ਨਾਲ ਨਹੀਂ ਗਈ, ਨਾ ਕੋਈ ਧਨ ਨਾਲ ਗਿਆ, ਨਾ ਕੋਈ ਰੁਤਬਾ ਨਾਲ ਗਿਆ। ਆ ਜਿਹੜੇ ਕਹਿੰਦੇ ਨਾ ਸਾਡੇ ਕੋਲ ਰਿਧੀਆਂ ਸਿੱਧੀਆਂ ਨੇ, ਉਹਨਾਂ ਦੀਆਂ ਰਿਧੀਆਂ ਸਿੱਧੀਆਂ ਵੀ ਉਹਨਾਂ ਨੂੰ ਮੌਤ ਤੋਂ ਬਚਾ ਨਾ ਸਕੀਆਂ। ਜਿਹੜੀਆਂ ਰਿਧੀਆਂ ਸਿੱਧੀਆਂ ਸਾਨੂੰ ਮੌਤ ਤੋਂ ਨਹੀਂ ਬਚਾ ਸਕਦੀਆਂ, ਉਹ ਰਿਧੀਆਂ ਸਿੱਧੀਆਂ ਨੂੰ ਕਰਨਾ ਹੀ ਕੀ ਆਪਾਂ ਨੇ। ਜੇ ਰਿਧੀਆਂ ਸਿੱਧੀਆਂ ਕੇਵਲ ਲੋਕਾਂ ਨੂੰ ਮੱਥੇ ਟਿਕਾਉਣ ਲਈ ਵਰਤਣੀਆਂ ਨੇ, ਤੇ ਫਿਰ ਆਪਾਂ ਕਰਨਾ ਹੀ ਕੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੇ ਕੋਏ। ਉਹ ਭਾਈ ਇਹ ਮਾਇਆ ਨੇ ਸਾਥ ਨਹੀਂ ਦੇਣਾ, ਮਾਇਆ ਗੁਜਰਾਨ ਹੈ, ਮਾਇਆ ਵਿੱਚ ਰਹਿ ਕੇ ਪ੍ਰਮਾਤਮਾ ਦਾ ਧੰਨਵਾਦ ਕਰੋ। ਪਰ ਜੇ ਤੁਸੀਂ ਕਹੋਗੇ ਮਾਇਆ ਸਾਡੀ ਹੈ, ਇਹ ਮਾਇਆ ਨੂੰ ਅੱਜ ਤੱਕ ਕਿਸੇ ਨੇ ਸਮਝਿਆ ਨਹੀਂ ਹੈ। ਇਹ ਮਾਇਆ ਤਿਵੇਂ ਜਿਵੇਂ ਮਾਇਆ ਛਾਲ ਤਰਨ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਹਰਗੁਰੂ ਜੀ ਕਹਿੰਦੇ ਮਾਇਆ ਛਾਲ ਸਰੂਪ ਹੈ। ਇਹ ਛਾਲੀ ਹੈ ਨਾ, ਅਸੀਂ ਕਹਿੰਦੇ ਬੜਾ ਪੈਸਾ ਹੈ, ਚਿੰਤਾ ਦੀ ਕੋਈ ਲੋੜ ਨਹੀਂ ਹੈ। ਮਾੜਾ ਜਿਹਾ ਬੰਦਾ ਅੱਖਾਂ ਮੀਟਦਾ ਤੇ ਪੈਸਾ ਇੱਥੇ ਰਹਿ ਜਾਂਦਾ, ਉਹ ਤੇ ਮਿੱਟੀ ਬਣ ਗਿਆ। ਅੱਖਾਂ ਮੀਟਣਾ ਤੇ ਦੂਰ ਦੀ ਗੱਲ ਹੈ, ਕਈ ਵਾਰੀ ਜਿਉਂਦੇ ਜੀ ਪੈਸਾ ਜਿਹੜਾ ਹੈ ਨਾ ਉਹ ਮਿੱਟੀ ਬਣ ਜਾਂਦਾ ਹੈ। ਹੁੰਦਿਆਂ ਸੁਣਦਿਆਂ ਵੀ ਮਨੁੱਖ ਬੜਾ ਪਰੇਸ਼ਾਨ ਰਹਿੰਦਾ। ਪੈਸਾ ਹੈ, ਬੈਂਕਾਂ ਭਰੀਆਂ ਨੇ, ਔਰ ਆਪਾਂ ਕਹਿੰਦੇ ਡਾਕਟਰ ਸਾਹਿਬ ਜਿੰਨਾ ਕਹੋ ਪੈਸਾ ਲਗਾ ਦੇਵਾਂਗੇ, ਪਰ ਇਹ ਬੰਦਾ ਜਿਹੜਾ ਨਾ ਬਚ ਜਾਣਾ ਚਾਹੀਦਾ। ਤੇ ਡਾਕਟਰ ਸਾਹਿਬ ਕਹਿੰਦੇ ਇੱਥੇ ਪੈਸਾ ਕੁਝ ਨਹੀਂ ਕਰ ਸਕਦਾ, ਇੱਥੇ ਪੈਸੇ ਦਾ ਕੋਈ ਕੰਮ ਨਹੀਂ। ਇਹ ਗੱਲ ਵੱਖਰੀ, ਕੋ ਲਾਲਚੀ ਡਾਕਟਰ ਹੋਏ ਉਦਾਂ ਹੀ ਬੰਦੇ ਨੂੰ ਕਈ ਦਿਨ ਹਸਪਤਾਲ 'ਚ ਰੱਖੀ ਜਾਏ ਪੈਸੇ ਕਮਾਉਣ ਲਈ, ਉਹ ਗੱਲ ਵੱਖਰੀ ਹੈ। ਲੇਕਿਨ ਪੈਸੇ ਉਹ ਕਮਾ ਸਕਦਾ, ਬਚਾ ਨਹੀਂ ਸਕਦਾ ਕਿਸੇ ਤਰੀਕੇ ਨਾਲ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਮਾਇਆ ਛਲ ਸਰੂਪ। ਸਾਨੂੰ ਲੱਗਦਾ ਹੈ ਮਾਇਆ ਸਾਡੀ ਹੈ, ਪਰ ਮਾਇਆ ਤੇ ਕਦੀ ਵੀ ਕਿਸੇ ਦੀ ਨਹੀਂ ਹੋਈ। ਅੱਜ ਤੱਕ ਬੜੇ ਉਹ ਲੋਕ ਆਏ ਜਿਹੜੇ ਕਹਿੰਦੇ ਸਾਡੇ ਕੋਲ ਬਹੁਤ ਧਨ ਹੈ, ਸਾਡੇ ਕੋਲ ਬਹੁਤ ਮਾਇਆ ਹੈ, ਸਾਡੇ ਕੋਲ ਬਹੁਤ ਦੌਲਤ ਹੈ, ਪਰ ਉਹ ਤੇ ਇੱਥੇ ਰਹਿ ਗਈ। ਜਾਣ ਵਾਲੇ ਕਹਿਣ ਵਾਲੇ ਚਲੇ ਗਏ, ਮਾਇਆ ਤੇ ਨਾਲ ਹੀ ਨਹੀਂ ਗਈ। ਅੱਜ ਤੱਕ ਮਾਇਆ ਕਦੀ ਕਿਸੇ ਦੇ ਨਾਲ ਨਹੀਂ ਗਈ। ਹਾਂ, ਜਿਹੜੇ ਕਹਿੰਦੇ ਸਾਡੀ ਹੈ ਸਾਡੀ, ਉਹ ਸਾਡੀ ਸਾਡੀ ਕਰਕੇ ਚਲੇ ਗਏ, ਮਾਇਆ ਇੱਥੇ ਦੀ ਇੱਥੇ ਰਹਿ ਗਈ। ਖਸਮ ਮਰੇ ਤੋਂ ਨਾਰ ਨਾ ਰੋਵੇ, ਉਸ ਰਖਵਾਰੋ ਔਰੋ ਹੋਵੇ। ਸਤਿਗੁਰੂ ਜੀ ਕਹਿੰਦੇ ਮਾਇਆ ਇੱਕ ਇਹੋ ਜਿਹੀ ਚੀਜ਼ ਹੈ ਇਸ ਜਗਤ ਵਿੱਚ ਸਦਾ ਸੁਹਾਗਣ ਹੈ, ਸਦਾ ਸੁਹਾਗਣ, ਜਿਹਦੇ ਸਿਰ ਤੇ ਹਮੇਸ਼ਾ ਕੋਈ ਨਾ ਕੋਈ ਸੁਹਾਗ ਭਾਗ ਰਹੇ, ਮਾਲਕ ਰਹੇ, ਜਿਹਦਾ ਹਰ ਵੇਲੇ ਕੋਈ, ਉਹਨੂੰ ਸੁਹਾਗਣ ਕਿਹਾ ਜਾਂਦਾ ਹੈ। ਇਹ ਸਦਾ ਸੁਹਾਗਣ ਹੈ, ਕਿਉਂਕਿ ਇੱਕ ਮਰਦਾ ਮਾਲਕੇ ਦਾ ਤੇ ਹੋਰ ਕਈ ਖੜੇ ਨੇ ਇਹਦੇ ਲਈ। ਇੱਕ ਮਰਦਾ ਤੇ ਹੋਰ ਕਈ ਖੜੇ ਨੇ, ਉਸ ਰਖਵਾਰੋ ਔਰੋ ਹੋਵੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮਾਇਆ ਨੇ ਅੱਜ ਤੱਕ ਕਦੀ ਕਿਸੇ ਦਾ ਸਾਥ ਨਹੀਂ ਦਿੱਤਾ, ਨਾ ਇਹਨੇ ਦੇਣਾ। ਹਾਂ, ਅਸੀਂ ਮਾਇਆ ਦਾ ਸੁੱਖ ਮਾਣ ਸਕਦੇ ਹਾਂ, ਅਸੀਂ ਮਾਇਆ ਨੂੰ ਵਰਤ ਕੇ ਜ਼ਿੰਦਗੀ ਨੂੰ ਥੋੜਾ ਲੋੜਾਂ ਪੂਰੀਆਂ ਕਰ ਸਕਦੇ ਹਾਂ, ਥੋੜਾ ਸੁਹੇਲਿਆਂ ਬਣਾ ਸਕਦੇ ਹਾਂ। ਪਰ ਜੇ ਕਿ ਇਹ ਮਾਇਆ ਸਾਡੀ, ਸਤਿਗੁਰੂ ਜੀ ਕਹਿੰਦੇ ਮਾਇਆ ਛਾਲ, ਇਹ ਮਾਇਆ ਛਾਲ ਸਰੂਪ ਹੈ। ਇਹ ਤੇ ਬਿਲਕੁਲ ਐਵੇਂ ਹੈ ਜਿਵੇਂ ਕਿ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਤ੍ਰਿਣ ਕਹਿੰਦੇ ਨੇ ਕੱਖਾਂ ਨੂੰ, ਕੱਖਾਂ ਨੂੰ ਅੱਗ ਲਗਾ ਦਿਓ ਤੇ ਕਿੰਨਾ ਕੁ ਚਿਰ ਬਲਦੀ ਹੈ, ਕਿਤੇ ਥੋੜਾ ਚਿਰ ਬਲਦੀ, ਝੱਟ ਬਲ ਕੇ ਬੁੱਝ ਜਾਂਦੀ ਹੈ, ਉਹ ਬਹੁਤਾ ਚਿਰ ਨਹੀਂ ਰਹਿੰਦੀ। ਮੇਘ ਕੀ ਛਾਇਆ, ਮੇਘ ਕਹਿੰਦੇ ਨੇ ਬੱਦਲਾਂ ਨੂੰ, ਬੱਦਲਾਂ ਦੀ ਛਾਂ ਕਿੰਨਾ ਕੁ ਚਿਰ ਰਹਿੰਦੀ ਹੈ। ਜੇਠ ਹਾੜ ਦੇ ਵਿੱਚ ਗਰਮੀ ਪੈ ਰਹੀ ਹੈ, ਧਰਤੀ ਤਪੀ ਹੈ, ਕਿਤੇ ਥੋੜੀ ਜੀ ਬਦਲੀ ਆ ਗਈ, ਕੋਈ ਬੰਦਾ ਬਦਲੀ ਦੇ ਹੇਠਾਂ ਖਲੋ ਕੇ ਹੰਕਾਰ ਕਰੇ ਕਿ ਹੁਣ ਮੈਨੂੰ ਧੁੱਪ ਨਹੀਂ ਲੱਗੇਗੀ, ਉਹ ਕੀ ਕਰ ਸਕੇਗੀ ਬਦਲੀ। ਇਹ ਤੇ ਮੇਘ ਦੀ ਛਾਂ ਕੁਝ ਚਿਰ ਲਈ ਹੁੰਦੀ ਹੈ, ਹਵਾ ਦਾ ਬੁੱਲਾ ਆਇਆ ਤੇ ਉੱਡ ਜਾਂਦੀ ਹੈ। ਗੋਬਿੰਦ ਭਜਨ ਬਿਨ ਹੜ ਕਾ ਜਲ, ਜਿਵੇਂ ਹੜ ਦਾ ਪਾਣੀ ਹੁੰਦਾ ਹੈ, ਕੁਝ ਚਿਰ ਲਈ ਉਹ ਚੜ੍ਹਦਾ ਉਤਰ ਜਾਂਦਾ ਹੈ। ਮਾਇਆ ਦੇ ਸੁੱਖ ਵੀ ਕੁਝ ਚਿਰ ਲਈ ਨੇ, ਸਦਾ ਨਹੀਂ ਹੈ। ਇਹ ਮਾਇਆ ਤਾਂ ਪ੍ਰਮਾਤਮਾ ਨੇ ਦਿੱਤੀ ਸੀ ਕਿ ਅਸੀਂ ਇਸ ਜਗਤ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਥੋੜਾ ਵਧੀਆ ਬਣਾ ਸਕੀਏ, ਸਾਡੀਆਂ ਲੋੜਾਂ ਪੂਰੀਆਂ ਹੋ ਸਕਣ। ਪਰ ਮਨੁੱਖ ਨੇ ਸੋਚਿਆ ਕਿ ਮਾਇਆ ਹੀ ਸਭ ਕੁਝ ਹੈ। ਮਾਇਆ ਬਣਾਉਣ ਵਾਲਾ ਵਿਸਰ ਗਿਆ, ਮਾਇਆ ਨਾਲ ਪਿਆਰ ਬਣ ਗਿਆ। ਸਤਿਗੁਰੂ ਜੀ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਹਾਲਤ ਬਣ ਗਈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਉਪਜਤਾ ਵਿਕਾਰ ਦੁੰਦਰ, ਨਵਪੁਰੀ ਚੁਨਤਕਾਰ ਸੁੰਦਰ,
ਅਨਕ ਭਾਉ ਕਰਤ ਫਿਰਤ ਬਿਨ ਗੋਪਾਲ ਧੋ ਹੈ। ਭਈ ਇਹ ਮਾਇਆ ਕਰਕੇ ਮਨੁੱਖ ਦੇ ਅੰਦਰ ਬੜੇ ਝਗੜਾਲੂ ਖਿਆਲ ਪੈਦਾ ਹੁੰਦੇ ਨੇ, ਹੰਕਾਰ ਪੈਦਾ ਹੁੰਦਾ ਹੈ, ਕ੍ਰੋਧ ਪੈਦਾ ਹੁੰਦਾ ਹੈ, ਔਗਣ ਪੈਦਾ ਹੁੰਦੇ ਨੇ, ਈਰਖਾ ਪੈਦਾ ਹੁੰਦੀ ਹੈ। ਮਾਇਆ ਕਰਕੇ ਬਹੁਤ ਕੁਝ ਔਗਣ ਪੈਦਾ ਹੋ ਜਾਂਦੇ ਜੇ ਬੰਦੇ ਦੀ ਸੁਰਤ ਮਾਇਆ ਨਾਲ ਲੱਗ ਜਾਏ। ਨੌਪਰੀ ਚਨਤਕਾਰ ਸੁੰਦਰ, ਨੌਪਰੀ ਦਾ ਅਰਥ ਹੁੰਦਾ ਹੈ ਆ ਝਾਂਜਰਾਂ ਨਹੀਂ ਪਾਈਆਂ ਹੁੰਦੀਆਂ ਬੀਬੀਆਂ ਨੇ। ਇਹ ਮਾਇਆ ਜਿਹੜੀ ਹੈ ਨਾ, ਇਹਦੀਆਂ ਝਾਂਜਰਾਂ ਦੀ ਛਣਕਾਹਟ ਹੀ ਇਹੋ ਜਿਹੀ ਹੈ ਕਿ ਮਨੁੱਖ ਝਾਟੇ ਦੇ ਵੱਲ ਖਿੱਚਿਆ ਜਾਂਦਾ ਹੈ। ਮਨੁੱਖ ਨੂੰ ਇਹ ਆਪਣੀਆਂ ਸੋਹਣੀਆਂ ਆਵਾਜ਼ਾਂ ਰਾਹੀਂ ਪ੍ਰਭਾਵਿਤ ਕਰ ਲੈਂਦੀ ਹੈ। ਚਮਤਕਾਰ ਸੁੰਦਰ ਦਰਥ ਕਿ ਇਹਦਾ ਜੋ ਆਵਾਜ਼ ਹੈ ਜਾਂ ਇਹਦੀ ਛਣਕਾਹਟ ਹੈ ਉਹ ਬੜੀ ਸੁੰਦਰ ਹੈ। ਅਨਕ ਭਾਉ ਕਰਤ ਫਿਰਤ ਬਿਨ ਗੋਪਾਲ ਤੋ ਹੈ। ਕਈ ਤਰ੍ਹਾਂ ਦੇ ਇਹ ਆਪਣੇ ਹਾਵ ਭਾਵ ਕਰਦੀ ਹੈ ਮਨੁੱਖ ਨੂੰ ਭਰਮਾਉਣ ਦੇ ਲਈ। ਕਈ ਤਰ੍ਹਾਂ ਦੇ ਆਪਣੇ ਵੇਸ ਕਰਦੀ ਹੈ, ਕਈ ਤਰ੍ਹਾਂ ਦੇ ਇਹ ਹਾਵ ਭਾਵ ਕਰਕੇ ਮਨੁੱਖ ਨੂੰ ਭਰਮਾ ਲੈਂਦੀ ਹੈ। ਸਤਿਗੁਰੂ ਜੀ ਕਹਿੰਦੇ ਬਿਨ ਗੋਪਾਲ ਤੋ ਹੈ, ਪਰਮਾਤਮਾ ਤੋਂ ਬਿਨਾ। ਗੋਪਾਲ ਮੈਨਾ ਪਰਮਾਤਮਾ, ਪਰਮਾਤਮਾ ਤੋਂ ਬਿਨਾ ਇਹ ਮਾਇਆ ਹਰ ਮਨੁੱਖ ਨੂੰ ਠੱਗ ਲੈਂਦੀ ਹੈ। ਪਰਮਾਤਮਾ ਸਿਰਫ ਪਰਮਾਤਮਾ ਤੋਂ ਬਿਨਾ ਜਾਂ ਜੋ ਪਰਮਾਤਮਾ ਚ ਜੁੜ ਗਏ ਉਹਨਾਂ ਤੋਂ ਬਿਨਾ ਹਰ ਮਨੁੱਖ ਨੂੰ ਮਾਇਆ ਨੇ ਠੱਗ ਲਿਆ। ਹਰ ਮਨੁੱਖ ਤੇ ਮਾਇਆ ਦਾ ਪ੍ਰਭਾਵ ਹੈ। ਕੋਈ ਮਨੁੱਖ ਮਾਇਆ ਤੋਂ ਮੁਕਤ ਨਹੀਂ ਹੋ ਸਕਦਾ। ਕੋਈ ਇਹ ਕਹੇ ਕਿ ਮੈਂ ਬੜਾ ਤਿਆਗੀ ਹਾਂ, ਮੈਂ ਮਾਇਆ ਬੋਏ ਬਚ ਜਾਵਾਂਗਾ। ਸਤਿਗੁਰੂ ਜੀ ਕਹਿੰਦੇ ਜਿੰਨਾ ਕੋ ਬਚਣ ਦਾ ਯਤਨ ਕਰੇਗਾ ਓਨਾ ਹੀ ਖੁੱਬਦਾ ਚਲਿਆ ਜਾਏਗਾ। ਜਿੰਨਾ ਭੱਜੇਗਾ ਮਾਇਆ ਤੋਂ ਓਨਾ ਹੀ ਮਾਇਆ ਇਹਦੀ ਸੁਰਤ ਚ ਹੋਰ ਵਸਦੀ ਜਾਏਗੀ। ਇਹਦੇ ਤੋਂ ਭੱਜਣ ਦੀ ਗੱਲ ਸਤਿਗੁਰੂ ਜੀ ਨੇ ਕਿਤੇ ਨਹੀਂ ਕਹੀ। ਗੁਰੂ ਸਾਹਿਬ ਜੀ ਨੇ ਬਹੁਤ ਸੋਹਣੀਆਂ ਉਦਾਹਰਣਾਂ ਦੇ ਕੇ ਸਾਨੂੰ ਇੱਕ ਬੜੀ ਸੁੰਦਰ ਜੀਵਨ ਜਾਂਚ ਦੱਸੀ ਹੈ। ਸਿੱਧ ਕਰਨਗੇ ਬਾਬਾ ਜੀ ਤੁਸੀਂ ਕਹਿੰਦੇ ਕਿ ਦੁਨੀਆ ਤੋਂ ਭੱਜਣਾ ਨਹੀਂ ਚਾਹੀਦਾ, ਘਰ ਨਹੀਂ ਛੱਡਣਾ ਚਾਹੀਦਾ, ਪਰ ਤੁਸੀਂ ਦੇਖਦੇ ਆ ਇਹ ਦੁਨੀਆ 'ਚ ਤੇ ਰਹਿਣਾ ਐਵੇਂ ਹੈ ਜਿਵੇਂ ਸਮੁੰਦਰ ਦੇ ਵਿੱਚ ਰਹਿ ਕੇ ਬੰਦਾ ਘੁੰਮਣ ਘੇਰੀਆਂ 'ਚ ਫਸ ਜਾਂਦਾ, ਨਿਕਲਿਆ ਨਹੀਂ ਨਾ ਜਾਂਦਾ। ਜਿਵੇਂ ਪਾਣੀ ਵਿੱਚ ਰਹਿ ਕੇ ਬੰਦਾ ਭਿੱਜਣ ਤੋਂ ਬਿਨਾਂ ਰਹਿ ਨਹੀਂ ਸਕਦਾ, ਡੁੱਬਣ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹ ਦੁਨੀਆ ਇੱਕ ਸਮੁੰਦਰ ਹੈ ਬਾਬਾ ਜੀ, ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਈਏ ਪਾਰੋ। ਇਹ ਦੁਨੀਆ ਇੱਕ ਸਮੁੰਦਰ ਹੈ, ਬੜਾ ਦੁਖਦਾਈ, ਇਹਨੂੰ ਪਾਰ ਕਰਨਾ ਬੜਾ ਔਖਾ ਹੈ। ਇਹਨੂੰ ਕਿਵੇਂ ਪਾਰ ਕੀਤਾ ਜਾ ਸਕਦਾ ਹੈ? ਤੇ ਸਤਿਗੁਰੂ ਜੀ ਨੇ ਜੁਗਤ ਦੱਸੀ ਕਿ ਜੈਸੇ ਜਲ ਮੈਂ ਕਮਲ ਨਿਰਾਲਮ। ਸਿੱਧੋ ਕਮਲ ਵੀ ਤੇ ਪਾਣੀ 'ਚ ਹੀ ਰਹਿੰਦਾ, ਪਾਣੀ 'ਚ ਰਹਿ ਕੇ ਵੀ ਪਾਣੀ ਤੋਂ ਵੱਖਰਾ ਰਹਿੰਦਾ। ਮੁਰਗਾਬੀ ਵੀ ਪਾਣੀ ਵਿੱਚ ਰਹਿੰਦੀ ਹੈ, ਪਾਣੀ ਵਿੱਚ ਰਹਿ ਕੇ ਪਾਣੀ ਤੋਂ ਉੱਚੀ ਉੱਠੀ ਰਹਿੰਦੀ ਹੈ। ਬਿਲਕੁਲ ਇਦਾਂ ਦੀ ਜੁਗਤ ਸਿੱਖ ਲਓ। ਉਹ ਜੁਗਤ ਇਹ ਹੈ ਕਿ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਗੁਰੂ ਕੇ ਸ਼ਬਦ ਰਾਹੀਂ ਆਪਣੀ ਸੁਰਤ ਨੂੰ ਨਾਮ ਨਾਲ ਜੋੜੋ। ਗੁਰੂ ਕਾ ਸ਼ਬਦ ਜੋੜਨ ਦੇ ਲਈ ਹੈ। ਜਿਹੜੇ ਲੋਕ ਕਹਿੰਦੇ ਨਾ ਕਿ ਬਾਣੀ ਪੜ੍ਹਨ ਦੀ ਲੋੜ ਨਹੀਂ ਹੈ, ਉਹਨਾਂ ਨੇ ਬਾਣੀ ਪੜ੍ਹ ਕੇ ਬਾਣੀ ਦੀ ਮਹਾਨਤਾ ਨੂੰ ਜਾਣਿਆ ਨਹੀਂ। ਉਹਨਾਂ ਨੂੰ ਕੀ ਪਤਾ ਕਿ ਬਾਣੀ ਦੀ ਮਹਾਨਤਾ ਕੀ ਹੈ। ਵਾਹਿਗੁਰੂ ਦਾ ਸਿਮਰਨ ਕਿਸੇ ਵੀ ਰੂਪ ਚ ਕਰਨਾ ਸੁਖਦਾਈ ਹੈ, ਮੁਬਾਰਕ ਹੈ। ਪਰ ਇਹ ਕਹਿਣਾ ਕਿ ਬਸ ਸਿਮਰਨ ਕਰੀ ਜਾਓ, ਬਾਣੀ ਪੜ੍ਹਨ ਦੀ ਲੋੜ ਨਹੀਂ ਹੈ, ਕੀਰਤਨ ਸੁਣਨ ਦੀ ਲੋੜ ਨਹੀਂ ਹੈ, ਕਥਾ ਸੁਣਨ ਦੀ ਲੋੜ ਨਹੀਂ ਹੈ, ਪਾਠ ਕਰਨ ਦੀ ਲੋੜ ਨਹੀਂ ਹੈ, ਨਿਤਨੇਮ ਕਰਨ ਦੀ ਲੋੜ ਨਹੀਂ ਹੈ, ਇਹ ਸੋਚ ਸਾਨੂੰ ਸ਼ਬਦ ਗੁਰੂ ਨਾਲੋਂ ਤੋੜਨ ਦੇ ਲਈ ਵਰਤੀ ਜਾ ਰਹੀ ਹੈ। ਜਦੋਂ ਕਹਿੰਦੇ ਨਾ ਸਿਮਰਨ ਕਰੋ, ਬਾਣੀ ਪੜ੍ਹਨ ਦੀ ਲੋੜ ਨਹੀਂ, ਨਿਤਨੇਮ ਦੀ ਲੋੜ ਨਹੀਂ, ਉਦੋਂ ਇਹੀ ਭਾਵਨਾ ਹੁੰਦੀ ਕੋਈ ਬੰਦਾ ਕੰਨਾਂ 'ਚ ਫੂਕਾ ਮਾਰ ਦੇਵੇਗਾ ਤੇ ਤੁਸੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਬਾਣੀ ਪੜ੍ਹਨ ਦੀ ਕੀ ਲੋੜ ਹੈ? ਵਾਹਿਗੁਰੂ ਕਰਨਾ ਤੇ ਮਹਾਨ ਗੱਲ ਹੈ, ਪਰ ਵਾਹਿਗੁਰੂ ਦੀ ਵਡਿਆਈ ਕੀ ਹੈ? ਵਾਹਿਗੁਰੂ ਜੀ ਦੇ ਗੁਣ ਕੀ ਨੇ? ਉਹ ਵਾਹਿਗੁਰੂ ਜੀ ਦੇ ਨਾਲ ਜੁੜਨਾ ਕਿਵੇਂ ਹੈ? ਕੇਵਲ ਵਾਹਿਗੁਰੂ ਵਾਹਿਗੁਰੂ ਕੀਤਿਆਂ ਨਹੀਂ ਜੁੜਿਆ ਜਾਣਾ। ਸਾਰੀ ਜ਼ਿੰਦਗੀ ਕੋ ਕਰੀ ਜਾਏ, ਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਕੇਵਲ ਰਾਮ ਰਾਮ ਕੇ ਰੱਬ ਨਾਲ ਨਹੀਂ ਜੁੜਿਆ ਜਾਣਾ। ਜੁੜਨਾ ਹੈ ਤੇ ਸਾਡੇ ਕੋਲ ਗੁਰੂ ਕੇ ਸ਼ਬਦ ਦੀ ਰੌਸ਼ਨੀ ਹੋਣੀ ਚਾਹੀਦੀ, ਗਿਆਨ ਹੋਣਾ ਚਾਹੀਦਾ। ਜਿੰਨਾ ਚਿਰ ਰੌਸ਼ਨੀ ਨਹੀਂ ਹੈ, ਜਿੰਨਾ ਮਰਜ਼ੀ ਰੌਲਾ ਪਾਈ ਜਾਓ, ਜਿੰਨਾ ਮਰਜ਼ੀ ਜ਼ੋਰ ਲਗਾਈ ਜਾਓ, ਕਾਮਯਾਬੀ ਨਹੀਂ ਮਿਲੇਗੀ। ਜੇ ਗੁਰੂ ਕੇ ਸ਼ਬਦ ਦੀ ਸਾਡੇ ਕੋਲ ਜੁਗਤ ਹੈ, ਗੁਰੂ ਕੇ ਸ਼ਬਦ ਦਾ ਗਿਆਨ ਹੈ, ਫਿਰ ਤੇ ਗੁਰਬਾਣੀ ਕਹਿੰਦੀ ਹੈ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਪਾਣੀ 'ਚ ਅਭੇਦ ਹੋ ਜਾਂਦਾ ਹੈ, ਮਨੁੱਖ ਕਿਰਤ ਵਿਰਤ ਕਰਦਾ, ਇਹ ਨਹੀਂ ਕਿ ਕੰਮ ਛੱਡ ਕੇ ਰੱਬ ਵਿੱਚ ਜੁੜਨੇ। ਕਿਰਤ ਵਿਰਤ ਕਰਦੇ ਆ ਹਰ ਵੇਲੇ ਹਾਥ ਪਾਉ ਕਰ ਕਾਮ ਸੋ ਚੀਤ ਨਿਰੰਜਨ ਨਾਲ, ਉਹਦਾ ਤੇ ਚਿੱਤ ਹਰ ਵੇਲੇ ਰੱਬ ਵਿੱਚ ਹੀ ਜੁੜਿਆ ਰਹਿੰਦਾ।
ਹਰ ਵੇਲੇ ਉਹ ਪ੍ਰਮਾਤਮਾ 'ਚ ਲਿਵਲੀਨ ਰਹਿੰਦਾ ਹੈ। ਅੰਦਰੋਂ ਬਾਹਰੋਂ ਉਹਨੂੰ ਪ੍ਰਮਾਤਮਾ ਦੇ ਦੀਦਾਰ ਹੁੰਦੇ ਨੇ। ਪਰ ਕਦੋਂ? ਜਦੋਂ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਗੁਰੂ ਦੀ ਬਖਸ਼ਿਸ਼ ਹੋ ਜਾਏ। ਗੁਰੂ ਕੀ ਬਖਸ਼ਿਸ਼ ਹੋਏਗੀ ਜਦੋਂ ਗੁਰੂ ਕੀ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਾਂਗੇ, ਉਹਨੂੰ ਅਸੀਂ ਸਮਝਾਂਗੇ ਬਾਣੀ ਨੂੰ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਗਿਆਨ ਦਾ ਸਮੁੰਦਰ ਭਰਿਆ ਪਿਆ। ਸਾਡੀ ਜ਼ਿੰਦਗੀ ਦਾ ਹਰ ਪੱਖ ਦਾ ਗਿਆਨ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਮਨੁੱਖੀ ਸਮਾਜ ਨੂੰ ਵਧੀਆ ਬਣਾਉਣ ਦਾ ਤਰੀਕਾ, ਜਾਂ ਆਪਣੀ ਜ਼ਿੰਦਗੀ ਨੂੰ ਇਵੇਂ ਕਹਿ ਲਓ ਸੁਖਦਾਈ ਬਣਾਉਣ ਦਾ ਤਰੀਕਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੱਸਦੀ ਹੈ ਕਿ ਤੁਸੀਂ ਜ਼ਿੰਦਗੀ 'ਚ ਜਿਉਣਾ ਕਿਵੇਂ ਹੈ, ਸਮਾਜ ਵਿੱਚ ਕਿਵੇਂ ਰਹਿਣਾ ਹੈ, ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ, ਪਰਿਵਾਰ ਵਿੱਚ ਕਿਵੇਂ ਰਹਿਣਾ ਹੈ, ਪਰਿਵਾਰ ਪ੍ਰਤੀ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ, ਸਰੀਰ ਪ੍ਰਤੀ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ, ਸਮਾਜ ਪ੍ਰਤੀ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ, ਰੱਬ ਪ੍ਰਤੀ ਕੀ ਸਾਡੀਆਂ ਜ਼ਿੰਮੇਵਾਰੀਆਂ ਨੇ। ਇਹ ਗਿਆਨ ਤਾਂ ਗੁਰਬਾਣੀ 'ਚੋਂ ਮਿਲੇਗਾ ਨਾ, ਕਿਸੇ ਮੂਰਤ 'ਚੋਂ ਨਹੀਂ ਮਿਲੇਗਾ, ਕਿਸੇ ਕਬਰ ਤੋਂ ਨਹੀਂ ਮਿਲੇਗਾ, ਕੇਵਲ ਇੱਕ ਮੰਤਰ ਚੇਤੇ ਕੀਤਿਆਂ ਨਹੀਂ ਮਿਲੇਗਾ। ਜਿਉਂ-ਜਿਉਂ ਗੁਰੂ ਕੀ ਪਵਿੱਤਰ ਬਾਣੀ ਪੜਾਂਗੇ ਸਾਡੀ ਤੇ ਸੁਰਤ 'ਚ ਵਾਹਿਗੁਰੂ ਜੀ ਦਾ ਸ਼ਬਦ ਉਦੋਂ ਹੀ ਵਸਦਾ ਚਲਿਆ ਜਾਏਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ ਬੇਅੰਤ ਥਾਵਾਂ ਤੇ ਕਿਹਾ ਹੈ, ਭਾਈ ਜੇ ਪ੍ਰਮਾਤਮਾ ਦੇ ਪਿਆਰ ਜੁੜਨਾ ਫਿਰ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾਏ ਹੋਆ ਸਮਾਓ। ਜਿਸ ਮਨੁੱਖ ਦਾ ਮਨ ਸ਼ਬਦ ਨਾਲ ਜੁੜ ਗਿਆ ਨਾ, ਸਤਿਗੁਰੂ ਜੀ ਕਹਿੰਦੇ ਇਹ ਹੈ ਪ੍ਰਮਾਤਮਾ 'ਚ ਸਮਾਉਣ ਦਾ ਤਰੀਕਾ। ਸਿੱਧਾ ਨੂੰ ਵੀ ਸਤਿਗੁਰੂ ਜੀ ਨੇ ਕਿਹਾ ਕਿ ਆਪਣੀ ਸੁਰਤ ਨੂੰ ਸ਼ਬਦ ਰਾਹੀਂ ਪ੍ਰਮਾਤਮਾ ਦੇ ਨਾਮ ਵਿੱਚ ਜੋੜੋ। ਇਹ ਤਰੀਕਾ ਹੈ ਦੁਨੀਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਰਹਿਣ ਦਾ, ਇਹ ਤਰੀਕਾ ਹੈ। ਹੁਣ ਨਿਰਲੇਪ ਤਾਂ ਸੁਰਤ ਨੇ ਰਹਿਣਾ, ਸਰੀਰ ਦਾ ਨਿਰਲੇਪ ਹੋਣ ਦਾ ਤੇ ਮਸਲਾ ਹੀ ਕੋਈ ਨਹੀਂ ਹੈ। ਕਈ ਕਹਿੰਦੇ ਜੀ ਬਸ ਮਾਇਆ ਨੂੰ ਹੱਥ ਨਹੀਂ ਲਾਉਣਾ। ਅਸੀਂ ਜੀ ਮਾਇਆ ਨੂੰ ਹੱਥ ਲਾਵਾਂਗੇ ਤੇ ਮਾਇਆ ਦਾ ਪ੍ਰਭਾਵ ਪੈ ਜਾਏਗਾ। ਉਹ ਭਾਈ ਜਿਹੜੀ ਸੁਰਤ 'ਚ ਵਸੀ ਮਾਇਆ ਉਹਨੂੰ ਕਿਵੇਂ ਦੂਰ ਕਰੋਗੇ? ਮਾਇਆ ਤੇ ਸੁਰਤ 'ਚ ਵਸੀ ਹੈ। ਬੰਦਾ ਕੁਝ ਵੀ ਕਰੇ, ਮਾਇਆ ਮਨੋ ਨਾ ਵਿਸਰੇ ਮੰਗੇ ਦਮਾ ਦਮ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕਬੀਰ ਚੁਗੇ ਚਿਤਾਰੇ ਪੀ ਚੁਗੇ, ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਕੂੰਜ ਹੁੰਦੀ ਹੈ, ਪ੍ਰਦੇਸ਼ 'ਚ ਆਉਂਦੀ ਹੈ, ਚੋਗਾ ਚੁਗਦੀ ਹੈ, ਨਾਲੇ ਚੋਗਾ ਚੁਗਦੀ ਹੈ, ਨਾਲੇ ਉਹਦੀ ਸੁਰਤ ਜਿਹੜੀ ਹੈ ਨਾ ਉਹ ਬੱਚਿਆਂ ਵਿੱਚ ਰਹਿੰਦੀ ਹੈ। ਸਾਡੀ ਵੀ ਸੁਰਤ, ਆਪਾਂ ਬਾਹਰੀ ਤੌਰ ਤੇ ਕੰਮਕਾਰ ਕਰਦੇ, ਕੁਝ ਵੀ ਕਰੀਏ ਕਿ ਇੱਥੋਂ ਤੱਕ ਕਿ ਅਸੀਂ ਬਾਣੀ ਪੜ੍ਹੀਏ, ਸੁਰ ਸਾਡੀ ਤਾਂ ਵੀ ਮਾਇਆ 'ਚ ਭੱਜੀ ਫਿਰਦੀ ਹੈ। ਇਸ ਸੁਰਤ ਨੂੰ ਮਾਇਆ ਵੱਲੋਂ ਰੋਕਣ ਦੇ ਲਈ ਇੱਕੋ ਇੱਕ ਸਾਧਨ ਹੈ, ਗੁਰਬਾਣੀ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੀਏ। ਨਹੀਂ ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਮਾਇਆ ਦੀਆਂ ਆਵਾਜ਼ਾਂ ਇੰਨੀਆਂ ਮਨ ਮੋਹਣੀਆਂ ਨੇ, ਜਾਂ ਇਹਦੇ ਹਾਵ ਭਾਵ ਇੰਨੇ ਨੇ, ਅਨਕ ਭਾਉ ਕਰਤ ਫਿਰਤ ਬਿਨ ਗੋਪਾਲ ਤੋ ਹੈ। ਪਰਮਾਤਮਾ ਤੋਂ ਬਿਨਾ ਹਰ ਮਨੁੱਖ ਇਹਦੇ ਧੋਖੇ ਵਿੱਚ ਆ ਗਿਆ। ਹਰ ਮਨੁੱਖ ਨੂੰ ਇਸ ਨੇ ਠੱਗ ਲਿਆ। ਮਾਇਆ ਨੂੰ ਠੱਗਣੀ ਵੀ ਕਿਹਾ, ਮਾਇਆ ਨੂੰ ਨਾਗਣੀ ਵੀ ਕਿਹਾ, ਮਾਇਆ ਨੂੰ ਚੋਰਟੀ ਵੀ ਕਿਹਾ, ਮਾਇਆ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਈ ਨਾਵਾਂ ਨਾਲ ਯਾਦ ਕੀਤਾ ਹੈ। ਪਰ ਇਹ ਗੱਲ ਵੀ ਸਤਿਗੁਰੂ ਜੀ ਨੇ ਕਹਿ ਦਿੱਤੀ ਹੈ ਕਿ ਧਨ ਸੁਹਾਗਣ ਮਹਾ ਪਵੀਤ, ਤਪੇ ਤਪੀਸਰ ਡੋਲੇ ਚੀਤ। ਗੁਰੂ ਕੀ ਬਾਣੀ ਦਾ, ਭਗਤਾਂ ਦੀ ਪਵਿੱਤਰ ਬਾਣੀ 'ਚ ਬਚਨ ਹੈ ਕਿ ਮਾਇਆ ਧਨ ਹੈ। ਇਹਨੂੰ ਧਨ ਕਿਹਾ, ਧਨ ਇਸ ਕਰਕੇ ਕਿਹਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਗ੍ਰਹਿ ਜਾ ਕੀ ਸੋਭਾ ਹੈ ਨਾਹੀਂ। ਇਹ ਮਾਇਆ ਸੋਭਾ ਵੀ ਹੈ। ਜਿਸ ਮਨੁੱਖ ਦੇ ਘਰ 'ਚ ਇਹ ਮਾਇਆ ਨਹੀਂ ਆ, ਇਵੇਂ ਕਹਿ ਲੋ ਕਿ ਚਾਰ ਪਦਾਰਥ ਨਹੀਂ ਹੈ, ਆਵਤ ਪਈਆ ਖੁਦੇ ਜਾਏ, ਉਹਦੇ ਘਰੋਂ ਤੇ ਆਏ ਪ੍ਰਾਹੁਣੇ ਵੀ ਭੁੱਖੇ ਹੀ ਚਲੇ ਜਾਣਗੇ। ਕੋਈ ਸਾਧੂ, ਕੋਈ ਸੰਤ, ਕੋਈ ਭਗਤ ਰੱਬ ਦਾ ਪਿਆਰਾ ਆ ਗਿਆ, ਜੇ ਉਹਨੂੰ ਅਸੀਂ ਪਾਣੀ ਵੀ ਨਾ ਪਿਆ ਸਕੇ, ਕੋਈ ਰੋਟੀ ਪਾਣੀ ਨਾ ਭੁੱਖੇ ਨੂੰ ਦੇ ਸਕੇ, ਤੇ ਫਿਰ ਸਾਡੇ ਉੱਪਰ ਕਿੰਨਾ ਵੱਡਾ ਦੋਸ਼ ਲੱਗੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹ ਮਾਇਆ ਸੁਹਾਗਣ ਹੈ, ਇਹ ਮਾਇਆ ਪਵਿੱਤਰ ਵੀ ਹੈ। ਜੇ ਅਸੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਇਸ ਮਾਇਆ ਨੂੰ ਵਰਤਣ ਦੀ ਜੁਗਤ ਸਿੱਖ ਲਈਏ, ਮਾਇਆ ਵਿੱਚ ਰਹਿਣ ਦਾ ਤਰੀਕਾ ਸਿੱਖ ਲਈਏ। ਇਸ ਜਗਤ ਨੂੰ ਕਾਲਖ ਦੀ ਕੋਠੜੀ ਕਿਹਾ ਹੈ, ਗੁਰਬਾਣੀ ਵਿੱਚ ਕਿਹਾ ਹੈ ਇਹ ਜਗਤ ਕਾਜਲ ਦੀ ਕੋਠੜੀ ਹੈ। ਪਰ ਜਿਨ੍ਹਾਂ ਦੇ ਕੋਲ ਜੁਗਤ ਹੁੰਦੀ ਹੈ, ਕਾਜਰ ਕੋਠ ਮੈਂ ਭਈ ਨਾ ਕਾਰੀ, ਨਿਰਮਲ ਬਰਨ ਬਨਿਓ ਰੀ, ਉਹ ਇਸ ਕਾਜਲ ਦੀ ਕੋਠੜੀ ਵਿੱਚ ਵੀ ਨਿਰਮਲ ਰਹਿੰਦੇ ਨੇ, ਉਹਨਾਂ ਤੇ ਪ੍ਰਭਾਵ ਨਹੀਂ ਪੈਂਦਾ। ਜਿਵੇਂ ਮੁਰਗਾਬੀ ਪਾਣੀ 'ਚ ਰਹਿ ਕੇ ਆਪੇ 'ਚ ਰਹਿੰਦੀ ਹੈ, ਕਮਲ ਪਾਣੀ 'ਚ ਰਹਿ ਕੇ ਉੱਚਾ ਉੱਠਿਆ ਰਹਿੰਦਾ ਹੈ। ਜਿਨ੍ਹਾਂ ਦੀ ਸੁਰਤ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਗਈ, ਉਹ ਤੇ ਮਾਇਆ ਵਿੱਚ ਰਹਿ ਕੇ ਵੀ ਰੱਬ ਦੇ ਰੰਗ ਵਿੱਚ ਜੁੜੇ ਰਹਿੰਦੇ ਨੇ। ਮਾਇਆ ਉਹਨਾਂ ਦੀ ਦਾਸੀ ਬਣ ਜਾਂਦੀ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਜੇ ਅਸੀਂ ਮਾਇਆ ਦੇ ਨਾਲ ਜੁੜ ਗਏ, ਮਾਇਆ ਦੇ ਦਾਸ ਬਣ ਗਏ, ਫਿਰ ਅਨੇਕਾਂ ਹੀ ਦੁੱਖ ਸਾਡੇ ਤੇ ਭਾਰੂ ਹੋ ਜਾਣਗੇ।
सतगुरु साहब जी कहते बिन गोपाल तो है। परमात्मा तो बिना हर मनुख नूं इन्हें ठग लिया, हर मनुख इहदे चक्कर च पै गया। रहाओ तीन भौने लपटाए रही, काज कर्म ना जात सही। उन्मत अंध धंध रचत जैसे महासागर हो है। तीन भौने दा अर्थ कि तिन्ना लोकां च, जिन्हों आकाश पताल महत लोग कहते हैं, तिन्ना ही लोगों विच ये माया जिहड़ी है जीवां नूं लिपटी हुई है। ये नहीं कि मनुखां तक ही इहदा प्रभाव है, हर व्यक्ति दे, हर हस्ती दे उपर, परमात्मा तो बिना हर चीज़ दे उपर इहदा प्रभाव है। तीन भौने लपटाए रही, काज कर्म ना जात सही। काज कर्म कच्चे कम, कच्चे कम का अर्थ है कि कोई बंदा कहे कि मैं 4 कुछ दिन अखा मीटांगा माया तो बच जावांगा, ये कच्चे कम ने। कोई कहे कि मैं कुछ तीर्थां ते नहा लवांगा माया तो बच जावांगा, तीर्थां ते बैठे पहला ही माया च खचत ने, उत्थे की बचना। तीर्थ जाओ तो हाओ हाओ करते, तीर्थां ते पहला ही माया च खचत बैठे ने लोग, ते तीर्थां ते जाके किवें को बच जाएगा। सतगुरु जी के कोई कहे मैं तप कर लवां, जप कर लवां, को पाठ कर लवां, को हठ कर लवां, इहदे नाल बच जावांगा। सतगुरु जी कहते कोई साधन नहीं, ये सब कच्चे कर्म ने। इस माया तो बचन का तरीका है परमात्मा का प्यार। सतगुरु जी कहते तीन भौने लपटाए रही, काच कर्म ना जात सही। ये कच्चे कर्म करदियां भी मनुख माया की मार नूं सहन नहीं कर सकता, भाव माया की चोट तो बच नहीं सकता। उन्मत अंध धंध रचत जैसे महासागर मोहे। बंदा इस माया च ही मस्त रहिंदा है। उन्मत दा अर्थ ने मस्त रहना, माया च मस्त रहिंदा है, माया च अन्ना रहिंदा है, माया दे जंजालां च फसिया रहिंदा है बंदा। जिवें कोई समुंदर दे विच फस जाए, घुमण घेरियां चों निकल नहीं सकदा, कच्चे कर्म करदे भी मनुख माया तो फस नहीं सकदा। देखो जेड़े लोग ये कहंदे ने असी माया छड्ड के जी बस घरों बाहर निकल आए, देखो कुछ भी नहीं लिया घरों असी। उन्होंने पुछो घरों कुछ नहीं लिया तो एडे वड्डे डेरे कित्थों बन गए भाई? ये तो माया नाल ही बनते ने। एक गृहस्थी बंदा जिहड़ा है ना, उन्होंने अपने छोटे जे परिवार की चिंता है, उन्होंने चिंता करने का अधिकार है, उसकी ड्यूटी है परिवार नूं संभालना, परिवार की प्रतिपालना करना उसकी ड्यूटी है। वो तो एक निके जे घर लई यतन करता है कि परिवार के जीआं लई रहण लई छत होनी चाहिए है। वो तो उन्हां बच्चों की रोजी रोटी लई यतन करता है कि मेरा कारोबार होना चाहिए है, तो रोजी रोटी चलनी चाहिए है। हैरानी की गल है कि एक गृहस्थी जिहड़ा अपने छोटे जे परिवार लई एक घर रोटी लई यतन करता है, जिहड़ा कहंदा कि मैं माया छड्ड दित्ती है, वो तो सैकड़े चेले पा के फिर चिंता करी जांदे उन्हां नूं पालण दे लई। वो तो एक घर नहीं, पता नहीं किने किने डेरे बनाए ने इन्हां त्यागियां ने। फिर कहंदे जी असीं त्यागी हां ते गृहस्थी माड़े ने। जिन्हां नूं माड़े कहिंदे ने उन्हां दे घरां तो ही मंगदे ने, फिर उन्हां दे घरां तो रोटियां खांदे ने। सतगुरु साहब जी ने गृहस्थी नूं बड़ा मान दिता है, किते घरों भज्जण दी गल नहीं कही। जिहड़े कहंदे घर वज के रब, घरों भज के रब मिल जाएगा, जिन्हों घर च नहीं मिलिया उन्होंने बाहर भी किते नहीं मिलेगा। बाबा रामानंद जी दे बड़े प्यारे बचन कि उहां तो जाइए जो इहां ना होए। घरों बाहर होर किते ते तां जाओ जे घर च रब है नहीं है। देखो असीं धर्म स्थानां ते आउंदे आ, इत्थों सानूं धर्म दा ज्ञान मिलदा है। कोई कहे फिर गुरुद्वारे की लैण जांदे हो जे घर च रब है? उन्होंने कहो स्कूले नहीं जाईदा, आपां स्कूले एजुकेट होने लई जाईदा। ये गुरुद्वारा साडा स्कूल है, गुरुद्वारे असीं कुछ सीखण लई आउंदे आ। इत्थे कोई रब बैठा नहीं है, इत्थे बंद कीता होया नहीं है। रब तो सारे थावां ते है, गुरुद्वारे च भी है, घर च भी है, बाहर भी है, हर थां ते रब बैठा होया। गुरुद्वारे असीं रब दा ज्ञान लैण लई आउंदे आ, गुरुद्वारे असीं एजुकेट होने लई आउंदे आ। गुरुद्वारे साडा स्कूल है, साडी पाठशाला है, सानू इत्थों सोझी मिलनी। गुरुद्वारे होए सोझी पाए सी। इस करके मता कोई सोचे कि गुरुद्वारे बैठिया रब मिल जाएगा, या किसी धर्म स्थान ते बैठिया रब मिल जाएगा, ਜਾਂ केवल खास थान ते रब है उत्थे रब दे दर्शन हो जाएंगे। रब तो सर्व व्यापक है। देखो सतगुरु जी ने इस भरम नूं तोड़दे आ। जिहड़े लोग कहंदे सन दखण च रब है, पच्छम च रब है, उन्होंने कहंदे दखण देश हरी का बासा, पच्छम अलो मकम्मा। कहंदे तुसीं कहंदे दखण च हरी है, कोई कहंदा पच्छम च अल्लाह बैठा होया है। ते बाबा कबीर साहब जी कहंदे अवर मुल्क किस केरा, फिर बाकी दुनिया किहदी है, बाकी थावां ते कौन है? ये भी तो रब दी है दुनिया। गुरु ग्रंथ साहब जी की पवित्र बाणी ने
ਸਾਨੂੰ ਇਹ ਗਿਆਨ ਦਿੱਤਾ ਕਿ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਸ਼ਵਾਸ। ਇਹ ਸਾਰਾ ਸੰਸਾਰ ਹੀ ਰੱਬ ਦਾ ਘਰ ਹੈ। ਸਾਰੀ ਦੁਨੀਆ 'ਚ ਪ੍ਰਮਾਤਮਾ ਰਮਿਆ ਹੋਇਆ ਹੈ। परमात्मा जगत नूं बना के कर आसन डिठो चाओ। इस जगत नूं बना के आसन जमा के बड़े चाह नाल देख रहा साडे कम्मां नूं, बड़े चाह दे नाल वो देख रहा सब कुछ। इस करके सतगुरु साहब जी कहते कि परमात्मा सारे थावां ते व्यापक है। कोई बंदा कहे को मैं जप करके तप करके हट करके घरों निकल के किसी खा थां ते बह के माया तो बच जावांगा, सतगुरु जी कहते नहीं, भरम है। माया तो बचन दे लई ज्ञान चाहिए, सोझी चाहिए है। माया तो बचन दे लई कोई ये नहीं कि अखां मीटांगे या हठ करांगे रब तो माया तो बच जावांगे। काच कर्म ना जात सही, ये जिन्ने कच्चे काम ने ये माया की चोट नहीं सहन कर सकते। भाव कि जिन्ना मर्जी को तप कर ले वो भी माया दे ढेह चढ़ी जाता है। जिन्ना मर्जी को घर तो बाहर भज जाए, जिथे भी जाएगा माया ने तो उत्थे आके अपना प्रभाव पा ही देना है। जिन्नियां मर्जी को अखां मीटी जाए कि मैं दुनिया नहीं देखनी, माया ने ते अंदर जाके भी उन्होंने घुमा ही देना है। इस करके ये माया तो भजिया नहीं, परमात्मा का आसरा लिया तो माया दे आपां असर तो चिड़ सकते हैं। इस करके सतगुरु साहब जी कहते हैं जैसे महा उन्मत आंद धंध रचत, जैसे महा सागर हो है। बंदा इस माया च इवें मस्त रहिंदा है, जंजालां च फसिया रहिंदा है, जिवें समुंदर विच घिर गया होए बंदा, इवें बंदा माया च घिर जांदा है। उधरे हर संत दास काट दीनी जम की फास, पतत पावन नाम जाको सिमर नानक ओ है। धन गुरु अर्जन साहब जी कहते उधरे हर संत दास, जिहड़े रब दे संत ने रब दे दास ने भाई वो इहदे तो बच गए। माया उन्हां दी दासी बन गई। माया दासी भगतां की कार कमावे। माया भगतां दी दासी बन गई, उन्हां दी कार करन लग पई, उन्हां दी सेवा करन लग पई। ते रब दे जिहड़े संत दास ने वो इस माया तो बच गए। काट दीनी जम की फास, रब दे प्यारियां ने यह जमां दी फाही कट दिती। ये माया जिहड़ी ये जमां दी इवें कह लो जमां दे जाल च फसाउंदी है मनुख नूं। जिवें कोई पंछी हुंदा है ना, दाणे खिलार दिओ, दाणियां दे रस विच चोगा चुगदा 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 सहजे सहजे जाल च फस जांदा है। यह माया भी इदां दा चोगा खिलारदी है, कदी किसे रूप विच कदी किसे रूप विच, किते धन दौलत दे रूप विच, किसे रुतबे दे रूप विच, किते रिधियां सिद्धियां दे रूप विच, किते होर अनेक तरह दे दुनिया दे अंदर मनुख नूं भरमाउण दे साधन ने। इस करके माया दे चोगे मगर लग के ये जीव रूपी पंछी जिहड़ा ना जमां दे जाल च फस जांदा है, मनुख बच नहीं सकता। पर रब दे प्यारियां ने काट दीनी जम की फास, ये जिहड़ी जमां दी फाही है ना, ये माया करके बंदा जमां दे ढेह चढ़दा है। जम दा अर्थ ये है कि माया आई क्रोध आ गया, ये भी तो जम ही है। माया आई हंकार आ गया, ये भी जम ही है। माया आई बंदा विकारां च पै गया, ये भी तो जमा दे दूत ही ने। ये सब जमा दे अनेकां रूप ने। मरण तो बाद सानू जम चंबड़ने वो तो मरण तो बाद ही देखांगे, जिहड़े हुण चंबड़े ने उन्हां तो बचण दी लोड़ है। ये विकार जम बन के सानू जमा ये दूत ने, ये सानू चंबड़े हुए ने। सतगुरु जी का एक पवित्र बचन पढ़ते रोज कि साक तहारा साध न जानिया, तिन अंतर हो में कंडा है। ज्यों ज्यों चलै चुबै दुख पावें, जम काल सह सिर डंडा है। साकत बंदा, रब तो टुटिया होया बेमुख बंदा वाहिगुरु जी दे नाम दे रस नूं नहीं जानदा, क्योंकि तिन अंतर होमे कंडा है, ਉਹਦੇ अंदर हंकार दा कंडा है। जिवें कंडा लग जाए, जो बंदा तुरे ना पैर च गंडा पर रड़कदा है, दुखी करदा है, वो पैर च लगा हुआ कंडा जिहड़ा ना वो पीड़ा करदा है। कहण लगे तिन अंतर होमे कंडा है, ज्यों ज्यों चले चुभे दुख पावे। ज्यों ज्यों बंदा तुरदा है ना वो कंडा चुभदा है। तुरदा ज्यों ज्यों असीं जिंदगी च विचरदे हां, वो अहंकार सानू तंग करदा है। किसी ने साडे विरुद्ध गल करती तां भी असीं दुखी। वो दुखी किसी दी गल करके नहीं हुंदे, दुखी तो साडे अंदर जिहड़ा कंडा है ना हंकार दा, उहदे करके कि इन्हें मेरी बेइज्जती कर दित्ती। मैनू ये ख्याल सी कि मेरी बहुत इज्जत है,
ਲੇਕਿਨ ਕਿਸੇ ਨੇ ਮੇਰੀ ਇੱਜ਼ਤ ਦੇ ਵਿਰੁੱਧ ਗੱਲ ਕੀਤੀ, ਮੈਂ ਦੁਖੀ ਹੋ ਗਿਆ, ਉਹ ਕੰਡਾ ਅੰਦਰੋਂ ਚੁਭਿਆ। ਫਿਰ ਕਿਸੇ ਨੇ ਕੋਈ ਨਿੰਦਾ ਕਰਤੀ, ਕਿਸੇ ਨੇ ਹੋਰ ਕੋਈ ਗੱਲ ਕਰਤੀ, ਉਹ ਕੰਡਾ ਚੁਭਦਾ ਹੈ। ਜਿਉਂ-ਜਿਉਂ ਚਲੇ ਚੁਭੇ ਦੁੱਖ ਪਾਵੇਂ, ਜਮਕਾਲ ਸਹਿਸਟ ਡੰਡਾ ਹੈ। ਉਹ ਜਦੋਂ ਅਹੰਕਾਰ ਕਰਕੇ ਮੈਂ ਪੀੜਤ ਹੋਇਆ ਨਾ, ਇਹ ਜਮਾਂ ਦਾ ਡੰਡਾ ਹੈ। ਕਿਸੇ ਚੀਜ਼ ਕਰਕੇ ਮੈਂ ਚਿੰਤਤ ਹੋ ਗਿਆ, ਇਹ ਜਮਾਂ ਦਾ ਡੰਡਾ ਹੈ। ਇਹ ਤੇ ਸਾਰੀ ਜ਼ਿੰਦਗੀ ਸਾਡੇ ਸਿਰ ਤੇ ਖੜਕਦਾ ਰਹਿੰਦਾ ਹੈ। ਇਸ ਡੰਡੇ ਤੋਂ ਬਚ ਜਾਈਏ, ਹੋਰ ਕੋਈ ਜਮ ਸਾਡਾ ਕੁਝ ਨਹੀਂ ਵਿਗਾੜ ਸਕੇਗਾ। ਉਹ ਜਮ ਤੇ ਡਰਦੇ ਭੱਜਣਗੇ ਜਿਨ੍ਹਾਂ ਜਮਾਂ ਦੇ ਨਾਂ ਤੇ ਦੁਨੀਆ ਨੂੰ ਡਰਾ ਕੇ ਰੱਖਿਆ ਲੋਕਾਂ ਨੇ। ਉਹ ਤੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ, ਉਹ ਤੇ ਡਰਦੇ ਭੱਜ ਜਾਣਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਰੱਬ ਦੇ ਪਿਆਰਿਆਂ ਨੇ ਕਾਟ ਦੀਨੀ ਜਮ ਕੀ ਫਾਸ। ਰੱਬ ਦੇ ਪਿਆਰਿਆਂ ਨੇ ਜਮਾਂ ਦੀ ਫਾਹੀ ਕੱਢ ਦਿੱਤੀ, ਜਿਸ ਕਰਕੇ ਬੰਦਾ ਜਮਾਂ ਦੇ ਢੇ ਚੜਦਾ ਸੀ। ਇਹਨਾਂ ਵਿਕਾਰਾਂ ਨੂੰ ਕੱਟ ਦਿੱਤਾ, ਇਸ ਮਾਇਆ ਦੇ ਨੱਕ ਕੰਨ ਨੂੰ ਕੱਢ ਦਿੱਤਾ। ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ। ਕਉ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਦੁਨੀਆ ਜਿਹੜੀ ਇਹਨੂੰ ਪਿਆਰ ਕਰਦੀ ਹੈ, ਮਾਇਆ ਨੂੰ, ਲੇਕਿਨ ਰੱਬ ਦੇ ਪਿਆਰੇ ਕਹਿੰਦੇ ਇਹ ਤੇ ਸਾਡੀ ਵੈਰਨ ਹੈ। ਉਹ ਪਿਆਰ ਨਹੀਂ ਕਰਦੇ, ਮਾਇਆ ਫਿਰ ਵੀ ਉਹਨਾਂ ਦੀ ਦਾਸੀ ਬਣੀ ਰਹਿੰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਕਾਟ ਦੀਨੀ ਜਮ ਕੀ ਫਾਸ, ਪਤਤ ਪਾਵਨ ਨਾਮ ਜਾਕੋ, ਸਿਮਰ ਨਾਨਕ ਉਹ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਉਹ ਭਾਈ, ਉਹ ਪਰਮਾਤਮਾ ਜਿਹਦਾ ਨਾਮ ਹੈ ਪਤਤ ਪਾਵਨ। ਪਤਤ ਦਾ ਅਰਥ ਹੁੰਦਾ ਹੈ ਡਿੱਗਿਆ ਹੋਇਆ, ਅਚਾਰ ਕਰਕੇ ਡਿੱਗਿਆ ਹੋਇਆ, ਲਿਬੜਿਆ ਹੋਇਆ। ਜਿਵੇਂ ਕੋਈ ਚਿੱਕੜ 'ਚ ਡਿੱਗ ਜਾਏ ਨਾ, ਆਪਾਂ ਕਹਿੰਦੇ ਪਤਿਤ ਹੋ ਗਿਆ। ਪਤਤ ਦਾ ਅਰਥ ਹੁੰਦਾ ਅਚਾਰ ਕਰਕੇ ਡਿੱਗਿਆ ਹੋਇਆ, ਜਿਹਦੀ ਜ਼ਿੰਦਗੀ 'ਚ ਔਗਣ ਆ ਜਾਣ, ਬੁਰਾਈਆਂ ਆ ਜਾਣ, ਉਹ ਪਤਤ ਹੈ। ਆਪਣੀ ਮਰਜ਼ਾਦਾ 'ਚ ਕੋਈ ਬੰਦਾ ਵਜਰ ਕੁਰੈਤ ਕਰ ਲੇ, ਇਵੇਂ ਕੇਸਾਂ ਦੀ ਬੇਅਦਬੀ ਕਰ ਲੇ, ਕੋਈ ਤੰਬਾਕੂ ਵਰਗਾ ਨਸ਼ਾ ਵਰਤ ਲੇ, ਇਹੋ ਜਿਹੀਆਂ ਚੀਜ਼ਾਂ ਕਰ ਲਿਆ, ਆਪਾਂ ਕਹਿੰਦੇ ਪਤਿਤ ਹੋ ਗਿਆ। ਪਤਿਤ ਦਾ ਅਰਥ ਹੁੰਦਾ ਹੈ ਇਹ ਸਿੱਖੀ ਦੇ ਆਚਾਰ ਤੋਂ ਡਿੱਗ ਗਿਆ, ਸਿੱਖੀ ਦੇ ਆਚਾਰ ਤੋਂ ਇਹ ਨੀਵਾਂ ਹੋ ਗਿਆ। ਪਤਿਤ, ਪਤਿਤ ਦਾ ਅਰਥ ਹੁੰਦਾ ਡਿੱਗਿਆ ਹੋਇਆ। ਸਮਾਜ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪਤਿਤ ਹੋ ਕੇ ਵਿਚਰ ਰਹੇ ਨੇ, ਭਾਵ ਮਨੁੱਖੀ ਆਚਾਰ ਤੋਂ ਡਿੱਗੇ ਹੋਏ ਨੇ। ਉਹ ਪਰਮਾਤਮਾ ਜਿਹੜੇ ਪਤਿਤ ਪਾਵਨ ਹੈ, ਜਿਹੜੇ ਪਤਿਤ ਨੇ, ਪਰਮਾਤਮਾ ਉਹਨਾਂ ਨੂੰ ਪਵਿੱਤਰ ਕਰ ਲੈਂਦਾ ਹੈ। ਉਹਦਾ ਨਾਮ ਹੀ ਇਸੇ ਕਰਕੇ ਪਤਿਤ ਪਾਵਨ ਹੈ। ਭਗਤ ਜੀ ਨੇ ਇੱਕ ਗੱਲ ਕੀ, ਜੋ ਪੈ ਹਮ ਨ ਪਾਪ ਕਰਨਤਾ, ਪਤਿਤ ਪਾਵਨ ਤੇਰੋ ਨਾਮ ਕੈਸੇ ਹੁੰਤਾ। ਉਹ ਰੱਬ ਜੀ, ਜੇ ਅਸੀਂ ਪਾਪ ਨਾ ਕਰਦੇ ਹੁੰਦੇ ਤੇ ਤੈਨੂੰ ਪਤਿਤ ਪਾਵਨ ਕਿਸੇ ਨੇ ਨਹੀਂ ਸੀ ਕਹਿਣਾ। ਪਰਮਾਤਮਾ ਪਤਿਤ ਪਾਵਨ ਹੈ। ਜਿਸ ਮਨੁੱਖ ਨੂੰ ਦੁਨੀਆ ਨਫ਼ਰਤ ਕਰਦੀ ਹੈ, ਇਹ ਨੀਚ ਹੈ। ਐਕਚੁਅਲੀ ਹਰ ਮਨੁੱਖ ਰੱਬ ਦੇ ਹੁਕਮ ਵਿੱਚ ਜਿਹੜਾ ਇਸ ਧਰਤੀ ਤੇ ਆਇਆ, ਉਹ ਬਰਾਬਰ ਹੈ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਮਾੜਾ ਨਹੀਂ, ਕੋਈ ਬੁਰਾ ਨਹੀਂ। ਸਾਰਿਆਂ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ। ਸਾਰਿਆਂ ਦਾ ਇਸ ਜਗਤ ਵਿੱਚ ਆਉਣ ਦਾ ਇੱਕੋ ਹੀ ਇੱਕ ਢੰਗ ਤਰੀਕਾ ਹੈ। ਮਾਤਾ ਪਿਤਾ ਦੇ ਰਹੀ ਇਸ ਜਗਤ ਵਿੱਚ ਆਪਾਂ ਉਹਨੇ, ਮਾਤਾ ਪਿਤਾ ਸਾਨੂੰ ਪਾਲਦੇ ਨੇ। ਆਕਾਸ਼ ਤੋਂ ਤੇ ਕੋਈ ਨਹੀਂ ਡਿੱਗਿਆ ਜਿਹੜਾ ਕਹੇ ਜੀ ਮੈਂ ਤਾਂ ਬੜਾ ਮਹਾਨ ਹੈ ਤੇ ਬਾਕੀ ਸਾਰੇ ਨੀਵੇਂ ਨੇ, ਸੂਦਰ ਨੇ। ਇਹ ਅਗਿਆਨਤਾ ਵਾਲੀ ਸੋਚ ਸਾਡੇ ਮੁਲਕ ਪਸਰੀ ਹੋਈ ਹੈ। ਸੂਦਰ ਉਹ ਹੁੰਦਾ ਹੈ ਜਿਹੜਾ ਪਤਿਤ ਹੋ ਜਾਏ, ਜਿਹੜਾ ਨੀਵੇਂ ਕਰਮ ਕਰੇ, ਜਿਹੜਾ ਨਿੰਦਾ ਕਰੇ, ਉਹ ਸੂਦਰ ਹੈ। ਜਿਹੜਾ ਚੋਰੀ ਕਰੇ, ਝੂਠ ਬੋਲੇ, ਉਹ ਸੂਦਰ ਹੈ। ਜਨਮ ਕਰਕੇ ਕੋਈ ਸੂਦਰ ਨਹੀਂ ਹੈ। ਗੁਰਬਾਣੀ ਨੇ ਸਾਨੂੰ ਗਿਆਨ ਦਿੱਤਾ ਹੈ ਕਿ ਪਤਿਤ ਹੋ ਜਾਏ ਜਦੋਂ ਬੰਦਾ, ਭਾਵ ਇਹ ਆਚਾਰ ਕਰਕੇ ਡਿੱਗ ਜਾਏ। ਦੁਨੀਆ ਆਮ ਲੋਕਾਂ ਨੂੰ ਕਹਿੰਦੀ ਜੀ ਇਹ ਪਤਿਤ ਹੈ, ਸੂਦਰ ਹੈ, ਦੁਨੀਆ ਨਫ਼ਰਤ ਕਰਦੀ ਹੈ। ਪਰ ਗੁਰਬਾਣੀ ਕਹਿੰਦੀ ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਬ ਤੋਂ ਚਹੁ ਕੁੰਟ ਮਾਨੈ। ਜਿਹਨੂੰ ਦੁਨੀਆ ਨੀਵਾਂ ਕਹਿ ਕੇ ਕਿ ਇਹ ਗਰੀਬ ਪਰਿਵਾਰ 'ਚ ਪੈਦਾ ਹੋਇਆ, ਜਾਂ ਇਵੇਂ ਕਹਿ ਲਓ ਜੋ ਅਖੌਤੀ ਜਾਤ ਪਾਤ ਦਾ ਸਿਸਟਮ ਬਣਾਇਆ ਸੀ, ਸਾਡੇ ਅਖੌਤੀ ਧਾਰਮਿਕ ਲੋਕਾਂ ਨੇ ਇਸ ਮੁਲਕ ਨੂੰ ਬਰਬਾਦ ਕਰਨ ਲਈ ਬਣਾਇਆ ਹੈ। ਅੱਜ ਵੀ ਬੜਾ ਭਾਰੂ ਹੋ ਰਿਹਾ ਸਾਡੇ ਮੁਲਕ ਦੇ ਅੰਦਰ। ਮੁਲਕ ਸਾਡਾ ਬਰਬਾਦੀ ਵੱਲ ਜਾ ਰਿਹਾ। ਮਤਾ ਸੋਚਣਾ ਬੜੀ ਤਰੱਕੀ ਅਸੀਂ ਕਰ ਰਹੇ ਹਾਂ, ਮਤਾ ਸੋਚਾ ਅਸੀਂ ਬੜਾ ਵਿਕਾਸ ਕਰ ਰਹੇ ਹਾਂ। ਸਾਡਾ ਮੁਲਕ ਜਿਹੜਾ ਹੈ ਉਹ ਸਮਾਜਿਕ ਤੌਰ ਤੇ ਗਰਕਦਾ ਜਾ ਰਿਹਾ ਹੈ। ਆਪਾਂ ਦੇਖਦੇ ਹਾਂ ਪੋਲੀਟੀਸ਼ੀਅਨਾਂ ਨੂੰ ਰਾਜ ਗੱਦੀਆਂ ਚਾਹੀਆਂ ਨੇ, ਦੁਨੀਆ ਨੂੰ ਲੜਾ ਦਿਓ, ਮਾਰ ਦਿਓ, ਕਿਤੇ ਲਤਾੜ ਦਿਓ ਗੱਡੀਆਂ ਹੇਠ, ਸਾਡੀ ਗੱਦੀ ਕਾਇਮ ਰਹਿਣੀ ਚਾਹੀਦੀ। ਇੰਨਾ ਪਸ਼ੂਪੂਣਾ ਜਿਹੜਾ ਸਾਡੇ ਸਮਾਜ ਵਿੱਚ ਪਸਰਿਆ ਹੋਇਆ ਕਿ ਬੰਦਾ ਮਰ ਜਾਏ ਉਹਦਾ ਦਰਦ ਕੋਈ ਨਹੀਂ, ਕਿਤੇ ਕੁੱਤਾ ਮਰ ਜਾਏ ਉਹਦਾ ਦਰਦ ਹੈ ਸਾਨੂੰ। ਬੰਦਿਆਂ ਨੂੰ ਇਵੇਂ ਕੀੜੀਆਂ ਵਾਂਗੂ ਲਤਾੜੀ ਜਾ ਰਹੇ ਨੇ ਇਹ ਪੋਲੀਟੀਸ਼ੀਅਨ ਲੋਕ। ਇਹ ਮੁਲਕ ਦੀ ਬਦਕਿਸਮਤੀ ਜਾਗ ਰਹੀ ਹੈ ਇਸ ਵੇਲੇ, ਉਧਰ ਨੂੰ ਜਾ ਰਿਹਾ ਸਾਡਾ ਮੁਲਕ। ਤੇ ਉਦੋਂ ਵੱਡੀ
ਬਦਕਿਸਮਤੀ ਸਾਡੀ ਇਹ ਹੈ ਕਿ ਅਸੀਂ ਜਾਗਰੂਕ ਹੀ ਨਹੀਂ ਹੋ ਰਹੇ। ਜਿਹੜੇ ਕਹਿੰਦੇ ਸਾਡਾ ਮੁਲਕ ਹੈ, ਸਾਡਾ ਮੁਲਕ ਨਾਲ ਪਿਆਰ ਹੀ ਕੋਈ ਨਹੀਂ ਸਾਡਾ। ਜੇ ਮੁਲਕ ਨਾਲ ਪਿਆਰ ਹੋਏ, ਇਹਨਾਂ ਲੋਕਾਂ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਤੇ ਜ਼ੁਲਮ ਕਰਨ। ਲੇਕਿਨ ਸਾਡੇ ਵੀ ਸਵਾਰਥ ਜੁੜੇ ਹੋਏ ਨੇ, ਅਸੀਂ ਉਹਨਾਂ ਸਵਾਰਥਾਂ ਕਰਕੇ ਬੋਲਦੇ ਹੀ ਨਹੀਂ। ਸੱਚ ਬੋਲਣ ਦੀ ਸਾਡੇ 'ਚ ਜ਼ਰੂਰਤ ਨਹੀਂ ਹੈ, ਸਾਡੇ ਅੰਦਰੋਂ ਸੱਚ ਬੋਲਣ ਦੀ ਗੱਲ ਹੀ ਖਤਮ ਹੋ ਗਈ ਹੈ, ਸੱਚ ਸੁਣਨ ਦੀ ਗੱਲ ਖਤਮ ਹੋ ਗਈ ਹੈ। ਇਸ ਕਰਕੇ ਪਤਤ ਦਾ ਅਰਥ ਹੈ ਕਿ ਜਿਹਨੂੰ ਨੀਵਾਂ ਕਹਿ ਕੇ ਦੁਰਕਾਰਿਆ ਗਿਆ, ਜਿਹਨੂੰ ਕੋਈ ਨਹੀਂ ਜਾਣਦਾ, ਪ੍ਰਮਾਤਮਾ ਦੇ ਪਿਆਰ ਜੁੜ ਕੇ ਉਹ ਮਹਾਨ ਬਣ ਜਾਂਦਾ ਹੈ। ਔਰ ਭਗਤ ਭਗਤ ਜਗ ਵਜਿਆ ਚੌਂਚੱਕਾਂ ਵਿੱਚ ਚਮਰੇਠਾ। ਬਾਬਾ ਰਵਿਦਾਸ ਸਾਹਿਬ ਜੀ ਜੁੱਤੀਆਂ ਗਣਦੇ ਸਨ, ਦੁਨੀਆ ਕਹਿੰਦੀ ਇਹ ਤੇ ਸੂਦਰ ਹੈ। ਰੱਬ ਦੀ ਬੰਦਗੀ ਕੀਤੀ ਤੇ ਵੱਡੇ ਵੱਡੇ ਪੰਡਤ ਜਿਹੜੇ ਆਪਣੇ ਆਪ ਨੂੰ ਪਵਿੱਤਰ ਗਿਣਦੇ, ਉਹ ਬਾਬਾ ਰਵਿਦਾਸ ਜੀ ਦੇ ਚਰਨਾਂ ਤੇ ਡਿੱਗ ਪਏ ਆ ਕੇ। ਬਾਬਾ ਨਾਮਦੇਵ ਜੀ ਨੂੰ ਧਰਮ ਮੰਦਰ ਚੋਂ ਇਸ ਕਰਕੇ ਬਾਹਰ ਕੱਢ ਦਿੱਤਾ ਕਿ ਤੂੰ ਤੇ ਇੱਕ ਗਰੀਬ ਘਰ 'ਚ ਜਨਮਿਆ, ਤੈਨੂੰ ਅਧਿਕਾਰ ਨਹੀਂ ਇੱਥੇ ਆਉਣ ਦਾ। ਤੇ ਬਾਬਾ ਨਾਮਦੇਵ ਜੀ ਵਾਹਿਗੁਰੂ ਜੀ ਦੇ ਪਿਆਰ ਜੁੜੇ। ਪਰਮਾਤਮਾ ਨੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ, ਮੁਖ ਲਾਇਆ ਨਾਮਦੇਵ ਨੂੰ ਮਹਾਨ ਬਣਾ ਦਿੱਤਾ। ਸਾਰੀ ਦੁਨੀਆ 'ਚ ਨਾਮਦੇਵ ਜੀ ਦਾ ਨਾਮ ਪਸਰ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਉਹ ਵਾਹਿਗੁਰੂ ਜੀ ਜਿਹਦਾ ਨਾਮ ਹੈ ਪਤਤ ਪਾਵਨ, ਜਿਹੜਾ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ, ਡਿੱਗਿਆਂ ਨੂੰ ਵੀ ਮਹਾਨ ਕਰ ਦਿੰਦਾ ਹੈ। ਪਤਤ ਪਾਵਨ ਨਾਮ ਜਾਕੋ ਸਿਮਰ ਨਾਨਕ ਉਹ ਹੈ। ਹੇ ਨਾਨਕ ਜੀ, ਉਸ ਪਰਮਾਤਮਾ ਨੂੰ ਚੇਤੇ ਕਰੋ ਜਿਹਦਾ ਨਾਮ ਪਤਤ ਪਾਵਨ ਹੈ, ਜਿਹਦਾ ਸਿਮਰਨ ਕਰਕੇ ਰੱਬ ਦੇ ਪਿਆਰੇ ਇਸ ਮਾਇਆ ਦੇ ਮੋਹ ਤੋਂ ਉੱਚੇ ਉੱਠ ਗਏ ਨੇ, ਜਿਹਦੇ ਨਾਮ ਨਾਲ ਜੁੜਨ ਕਰਕੇ ਮਾਇਆ ਉਹਨਾਂ ਤੇ ਆਪਣਾ ਅਸਰ ਪ੍ਰਭਾਵ ਨਹੀਂ ਪਾ ਸਕੀ। ਇਸ ਕਰਕੇ ਸਤਿਗੁਰੂ ਜੀ ਨੇ ਆਰੰਭ ਇੱਥੋਂ ਕੀਤਾ ਸੀ ਕਿ ਮਾਇਆ ਜਿਹੜੀ ਹੈ ਨਾ, ਬੜੀਆਂ ਕੇਲਾਂ ਕਰਦੀ ਹੈ, ਬੜੀਆਂ ਖੇਡਾਂ ਕਰਦੀ ਹੈ, ਹਾਵ ਭਾਵ ਕਰਦੀ ਹੈ। ਇਹਨੇ ਆਮ ਮਨੁੱਖ ਦੀ ਗੱਲ ਤਾਂ ਕਿ ਚੰਦਰਮਾ ਸੂਰਜ ਵਰਗੇ ਵੀ ਇਹਦੇ ਤੋਂ ਪ੍ਰਭਾਵਿਤ ਹੋ ਗਏ। ਬ੍ਰਹਮਾ ਵਰਗੇ, ਬ੍ਰਹਮਾ ਵਿਸ਼ਨ ਮਹਾਦੇਵ ਛਲਿਆ, ਬ੍ਰਹਮਾ ਵਿਸ਼ਨੂੰ ਮਹਾਦੇਵ ਵਰਗੇ ਵੀ ਇਹਦੇ ਛਾਲ ਵਿੱਚ ਆ ਗਏ। ਮਾਇਆ ਨੇ ਇੱਥੇ ਵੀ ਆਪਣਾ ਪ੍ਰਭਾਵ ਪਾ ਦਿੱਤਾ। ਜਿੱਧਰ ਦੇਖੋ ਤੁਸੀਂ, ਜੇਤੇ ਜੀ ਤੇਤੇ ਡਹਿਕਾਈ, ਮਾਇਆ ਐਸੀ ਮੋਹਣੀ ਪਾਈ। ਜਿੰਨੇ ਜਗਤ ਦੇ ਜੀਵ ਨੇ ਉਹ ਇਹਦੇ ਮਗਰ ਆ ਕੇ ਭਰਮ ਜਾਂਦੇ ਨੇ, ਮਾਇਆ ਦਾ ਉਹਨਾਂ ਤੇ ਪ੍ਰਭਾਵ ਪੈ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਦਰਅਸਲ ਇਹਦੀਆਂ ਆਵਾਜ਼ਾਂ ਹੀ ਇਹੋ ਜਿਹੀਆਂ ਨੇ, ਇਹਦੇ ਬੋਲ ਇਹੋ ਜਿਹੇ ਸ਼ਬਦ, ਜਾਂ ਇਵੇਂ ਕਹਿ ਲਓ ਇਹਦਾ ਪ੍ਰਭਾਵ ਇਹੋ ਜਿਹਾ ਹੈ ਕਿ ਮਨੁੱਖ ਇਹਦੇ ਪਿਆਰ ਜਦੋਂ ਆਉਂਦਾ ਹੈ, ਉਹਦੇ ਅੰਦਰ ਬੜੇ ਝਗੜਾਲੂ ਖਿਆਲ ਪੈਦਾ ਹੁੰਦੇ ਨੇ, ਵਿਕਾਰ ਪੈਦਾ ਹੁੰਦੇ ਨੇ, ਅਨੇਕਾਂ ਇਹ ਭਾਵ ਕਰਦੀ ਹੈ ਮਾਇਆ। ਕਦੀ ਇਹਦੇ ਤੋਂ ਬਚਣਾ, ਆਪਣੇ ਜ਼ੋਰ ਨਾਲ ਬਚਣਾ ਔਖਾ ਹੈ। ਬਿਲਕੁਲ ਉੱਦਾਂ ਜਿਵੇਂ ਕੋਈ ਬੰਦਾ ਦਲਦਲ ਵਿੱਚ ਫਸਿਆ ਹੋਏ ਨਾ, ਤੇ ਜੇ ਕਹੇ ਜੀ ਮੈਂ ਆਪਣਾ ਜ਼ੋਰ ਲਾ ਕੇ ਨਿਕਲ ਜਾਵਾਂਗਾ, ਨਹੀਂ ਨਿਕਲੇਗਾ। ਜਿੰਨਾ ਆਪਣਾ ਜ਼ੋਰ ਲਾਏਗਾ ਉਹਨਾਂ ਹੋਰ ਸਗੋਂ ਉਹ ਖੁੱਬਦਾ ਚਲਿਆ ਜਾਏਗਾ, ਹੋਰ ਧਰਤੀ ਦੇ ਅੰਦਰ ਧੱਸਦਾ ਚਲਿਆ ਜਾਏਗਾ। ਆਖਰ ਧੱਸਦਾ ਬੰਦਾ ਦਲਦਲ ਦੇ ਅੰਦਰ ਖਤਮ ਹੋ ਜਾਂਦਾ ਹੈ, ਗੁਆਚ ਜਾਂਦਾ ਹੈ, ਮਿੱਟੀ ਦੇ ਅੰਦਰ ਨਿਕਲ ਨਹੀਂ ਸਕਦਾ। ਇਸੇ ਤਰੀਕੇ ਦੇ ਨਾਲ ਮਾਇਆ ਦਾ ਸੁਭਾਵ ਹੈ। ਜੇ ਕੋਈ ਬੰਦਾ ਕਹੇ ਨਾ ਕਿ ਆਪਣੀ ਯਤਨ ਨਾਲ ਮੈਂ ਬਚ ਜਾਵਾਂਗਾ, ਭੱਜ ਕੇ ਬਚ ਜਾਵਾਂਗਾ, ਸਤਿਗੁਰੂ ਜੀ ਕਹਿੰਦੇ ਬਿਲਕੁਲ ਨਹੀਂ। ਜਿੰਨਾ ਸਗੋਂ ਯਤਨ ਕਰੇਗਾ ਓਨਾ ਹੀ ਇਹ ਖੁੱਬਦਾ ਚਲਿਆ ਜਾਏਗਾ। ਇਹਦੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਗੁਰੂ ਕੇ ਸ਼ਬਦ ਰਾਹੀਂ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਜੁੜੀਏ। ਜਿੰਨਾ ਵਾਹਿਗੁਰੂ ਜੀ ਦੇ ਰੰਗ ਵਿੱਚ ਜੁੜਦੇ ਜਾਵਾਂਗੇ, ਉਹਨੇ ਮਾਇਆ ਜਿਹੜੀ ਹੈ ਉਹ ਸਾਡੀ ਸੇਵਾਦਾਰ ਬਣਦੀ ਜਾਏਗੀ। ਸਤਿਗੁਰੂ ਜੀ ਨੇ ਅਖੀਰ ਤੇ ਕਿਹਾ ਕਿ ਕੇਵਲ ਪਰਮਾਤਮਾ ਹੈ ਜਿਹੜਾ ਪਤਤ ਨੂੰ ਪਵਿੱਤਰ ਕਰ ਸਕਦਾ। ਸਾਡੀ ਸੁਰਤ ਜਿਹੜੀ ਮਾਇਆ 'ਚ ਡਿੱਗ ਚੁੱਕੀ ਹੈ, ਖਚਤ ਹੋ ਚੁੱਕੀ ਹੈ, ਇਹਨੂੰ ਮਾਇਆ ਤੋਂ ਨਿਰਲੇਪ ਕਰ ਸਕਦਾ ਹੈ ਪਰਮਾਤਮਾ ਦਾ ਸਿਮਰਨ। ਇਸ ਕਰਕੇ ਵਾਰ-ਵਾਰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੋ। ਜਦੋਂ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ, ਉਦੋਂ ਇਹ ਦਾਤਾਂ ਸਾਡੇ ਲਈ ਸੁਖਦਾਈ ਹੋ ਜਾਂਦੀਆਂ ਨੇ। ਜਦੋਂ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਅਸੀਂ ਹੰਕਾਰ ਕਰਦੇ ਹਾਂ, ਦਾਤਾਂ ਤੇ ਉਹੀ ਨੇ, ਇਹ ਅਹੰਕਾਰ ਹੀ ਸਾਡੇ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਮੈਂ ਬੜਾ ਅਮੀਰ ਹਾਂ, ਮੈਂ ਬੜਾ ਵਿਦਵਾਨ ਹਾਂ, ਮੈਂ ਬੜਾ ਧਨਵਾਨ ਹਾਂ, ਮੈਂ ਬੜਾ ਵੱਡੇ ਰੁਤਬੇ ਤੇ ਬੈਠਾ, ਇਹ ਮੈਂ ਹੀ ਮੇਰੇ ਲਈ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਕੋਈ ਪਦਾਰਥ, ਕੋਈ ਵਸਤੂ, ਕੋਈ ਥਾਂ, ਕੋਈ ਮਨੁੱਖ ਦੁੱਖਾਂ ਦਾ ਕਾਰਨ ਨਹੀਂ ਹੈ। ਦੁੱਖਾਂ ਦਾ ਕਾਰਨ ਸਾਡੀ ਇੱਕ ਸੋਚ ਹੈ ਕਿ ਇਹ ਮੇਰਾ ਹੈ ਸਭ ਕੁਝ, ਇਹ ਮੇਰਾ ਵਾਲੀ ਭਾਵਨਾ ਜਿਹੜੀ ਇਹ ਦੁੱਖਾਂ ਦਾ ਕਾਰਨ ਹੈ। ਇਸ ਭਾਵਨਾ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਜਿਸ ਪ੍ਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਹੈ ਉਹਦਾ ਧੰਨਵਾਦ ਕਰੀਏ। ਜਿਸ ਪ੍ਰਮਾਤਮਾ ਨੇ ਅਨੇਕਾਂ ਸਾਨੂੰ ਦਾਤਾਂ ਦਿੱਤੀਆਂ ਨੇ। ਗੁਰੂ ਕੇ ਬਚਨ ਨੇ ਕਿ ਜਿਹੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਸੋਹਣੇ ਸੋਹਣੇ ਘਰ ਜਿਸ ਵਾਹਿਗੁਰੂ ਨੇ ਦਿੱਤੇ ਨੇ, ਇਹਨਾਂ ਘਰਾਂ 'ਚ ਬੈਠ ਕੇ ਉਹਦੇ ਪਿਆਰ ਜੁੜ ਜਾਈਏ, ਇਹ ਘਰ ਹੀ ਸੁਖਦਾਈ ਹੋ ਜਾਣਗੇ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਮਾਇਆ ਦੀ ਗੱਲ ਕਰਦੇ ਆ, ਜੋ ਮਾਇਆ ਹਾਵ ਭਾਵ ਕਰਦੀ ਹੈ, ਕਈ ਤਰੀਕਿਆਂ ਨਾਲ ਮਨੁੱਖਤਾ ਨੂੰ ਆਪਣੇ ਜਾਲ ਵਿੱਚ ਫਸਾਉਂਦੀ, ਮਨੁੱਖ ਦੁੱਖਾਂ ਜਮਾਂ ਦੇ ਜਾਲ ਵਿੱਚ ਫਸ ਜਾਂਦਾ ਹੈ। ਇਹਦੇ ਤੋਂ ਬਚਣ ਦੇ ਲਈ ਗੱਲ ਕਰਦੇ ਹਾਂ
कि भाई कोई नहीं बस के अपने यत्न नाल इको एक तरीका है, अरदास करिए, वाहिगुरु जी दे प्यार जुड़िए, फिर माया जिहड़ी है वो दासी बन जाती है। उधरे हर संत दास काड़ दीनी जम की फास, पतत पावन नाम जाको सिमर नानक ओहे। सतगुरु जी कहते रब दे दास जिहड़े ने इहदे तो बचे ने, उन्हां ने इहदी जमां दी फाही कढ़ दित्ती है। ਉਹਦਾ नाम ही पतत पावन है। ਅਸੀਂ ਸਾਰੇ उस पतत पावन परम पिता परमात्मा के प्यार जुड़िए। सतगुरु जी बख्शिश करन, गुरु के ये पावन पवित्र अमोल बचन साडे हिरदे च वसन और गुरु के दसे मार्ग ते चल के ये माया जिहड़ी सारे जगत के उपर अपना प्रभाव पाउंदी है। सतगुरु साहिब जी का बचन है, गुरप्रसादी जिन्ना लिव लागी तिने विचे माया पाया। गुरु की बख्शिश सदका जिन्हां दी सुरत परमात्मा के प्यार विच लग गई, वो माया दे विच ही रह के उस परमात्मा नूं प्राप्त कर लैंदे ने। माया तो भजन की लोड़ नहीं है। इन्नियां बेनतियां प्रवान करनियां जी, भुल चुक दी खिमा बख्श देनी। सतगुरु सच्चे पातशाह समूह संगतां नूं अपने दरों घरों नाम बाणी का प्यार बख्श के कृतार्थ करन। प्यार सहित बुलाओ जी। वाहिगुरु जी का खालसा, वाहिगुरु जी की फतेह।